सत श्री अकाल। तुसीं देख रहे हो विचार तकरार। मैं हाँ तुहाडे नाल बलविंदर सिंह। अज असीं गल इंसाफ की करनी है क्योंकि पिछले दिनी सब ने देखा जिस तरह नाल दिल्ली विच एक नौजवान नूं किस तरह नाल कतल किया गया सड़क के उपर। उस तो बाद हर पासे इंसाफ की मंग उठ रही है। CBI जांच की मंग भी परिवार के वलों की जा रही है। पुलिस के उपर भी गंभीर इल्जाम लगे ने कि उसने किते ना किते मुलजम नूं बचाउण की कोशिश की है तो हुण हर कोई यही कह रहा है कि गुरप्रीत नूं इंसाफ दिओ। अस तो दिखाने किस तरह नाल हुण तक इस मामले विच घटनाक्रम वापरिया है, किस तरह इंसाफ की मंग बुलंद हो रही है। दिल्ली तक इस दी जिहड़ी गूंज पहुंची है। हरेक पार्टी वालों खास तौर के उपर मदद की जा रही है गुरप्रीत के परिवार की ते इंसाफ की मंग की जा रही है। की कुछ घटनाक्रम वापरिया ये सारी रिपोर्ट देखो एक बार। गुरप्रीत नूं इंसाफ दिवाउण की मंग हर थां ते जोर फड़दी जा रही है। कई शहरों विच गुरप्रीत के कतल ते इंसाफ की मंग करन लई कैंडल मार्च अते रोस मुजाहरे किए जा रहे ने। दिल्ली विच फोटोग्राफी का कोर्स करन गए गुरप्रीत की भैन जिथे अपने भरा के कतल की CBI जांच कराउण की मांग कर रही है, उत्थे ही उसके पिता सरकार नूं मांग कर रहे ने कि कानून इन्ने क सख्त बनाए जाण कि मुलजम उन्हां दा गलत फायदा ना चुक सकण। ਹੁਣ ਇੱਕ ਵਾਰ ਅਰੈਸਟ ਐਕਿਊਜ਼ਡ ਹੋ ਗਿਆ। ਹੁਣ ਅੱਗੇ ਦੀ ਅਸੀਂ ਲੀਗਲ ਜਿਹੜੀ ਫਾਰਮੈਲਿਟੀਜ਼ ਹੈ ਉਹ ਪੂਰੀਆਂ ਕਰ ਰਹੇ ਹਾਂ ਜੋ ਰਿਕੁਆਇਰਡ ਹੈ। ਫਰਦਰ ਅਸੀਂ CBI ਦੀ ਜੋ ਇਨਕੁਆਇਰੀ ਦੀ ਮੇਰੀ ਡਿਮਾਂਡ ਹੈ ਉਹਦੇ ਲਈ ਮੈਂ ਲੈਟਰਸ ਭੇਜਣਾ ਚਾਹੁੰਦੀ ਹਾਂ। ਪਲੱਸ ਮੈਂ ਡਾਇਰੈਕਟ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਰ ਜਾਂ PM ਮੋਦੀ ਜਾਂ ਰਾਜਿੰਦਰ ਨਾਥ ਜੋ ਵੀ ਮੇਰੇ ਇਹ ਦੇਖ ਰਹੇ ਨੇ ਪਲੀਜ਼ ਇਸ ਕੇਸ ਲਈ CBI ਇਨਕੁਆਇਰੀ ਬਿਠਾਈ ਜਾਵੇ। ਸੁਖਬੀਰ ਬਾਦਲ ਜੀ ਨੂੰ ਮਿਲ ਕੇ ਆਏ ਹਾਂ, ਉਹਨਾਂ ਨੇ ਵੀ ਆਸ਼ਵਾਸਨ ਦਿੱਤਾ। ਆਸ਼ਾ ਹੈਗੀ ਹੈ ਹੁਣ ਜਦੋਂ ਸਾਰੇ ਸਾਡੇ ਨਾਲ ਖੜੇ। दिल्ली विच श्रोमणी अकाली दल के प्रधान सुखबीर बादल ने पीड़ित परिवार नाल मुलाकात की अते उन्हां नूं हर मदद का भरोसा दिता। इस मामले च MP हरसिमरत कौर बादल के दखल तो बाद दिल्ली गुरुद्वारा कमेटी परिवार की कानूनी मदद कर रही है अते दिल्ली पुलिस ते दबाव बनाया जा रहा है कि वह मुलजमां खिलाफ सख्त तो सख्त कार्रवाई करे। मैं दिल्ली गुरुद्वारा प्रबंधक कमेटी की ड्यूटी लाती है कि सारा केस वो लड़नगे, सारी पैरवाई पुलिस वो करनगे ਤੇ ਕੋਈ ਵੀ ਲੋੜ ਹੋਏ ਉਹਨਾਂ ਨੂੰ ਅਕਾਲੀ ਦਲ ਤੇ ਸ਼੍ਰੋਮਣੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਾ ਅਰੇਂਜਮੈਂਟ ਕਰੂਗੀ। ਤੇ ਮੈਂ ਰਾਜਨਾਥ ਸਿੰਘ ਨਾਲ ਗੱਲ ਕੀਤੀ ਹੈ ਕਿ ਕੇਸ ਦੇ ਵਿੱਚ ਕੋਈ ਇਹਦੀ ਲੈਪਸ ਨਹੀਂ ਹੋਣੀ ਚਾਹੀਦੀ ਤੇ ਜੋ ਧਾਰਾ ਲੱਗੀਆਂ ਉਹ ਅੰਦਰ ਹੈ ਤੇ ਉਹ ਸ਼ੁਡ ਬੀ ਪ੍ਰੋਸੀਕਿਊਟਡ ਅਕੋਰਡਿੰਗਲੀ। ਦੱਸ ਦਈਏ ਕਿ 17 ਸਤੰਬਰ ਦੀ ਰਾਤ ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਂ ਦੇ 21 ਸਾਲ ਦੇ ਸਿੱਖ ਨੌਜਵਾਨ ਅਤੇ ਉਸ ਦੇ ਦੋਸਤ ਮਨਿੰਦਰ ਦੀ ਮੋਟਰਸਾਈਕਲ ਨੂੰ ਇੱਕ ਸ਼ਖਸ ਨੇ ਆਪਣੀ ਕਾਰ ਨਾਲ ਟੱਕਰ ਮਾਰੀ ਸੀ, ਜਿਸ ਕਰਕੇ ਗੁਰਪ੍ਰੀਤ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ ਸੀ। ਉਸ ਦੇ ਦੋਸਤ ਮੁਤਾਬਕ ਏਮਸ ਦੇ ਬਾਹਰ ਰੋਹਿਤ ਨਾਂ ਦੇ ਸ਼ਖਸ ਨੂੰ ਜਦੋਂ ਗੁਰਪ੍ਰੀਤ ਸਿੰਘ ਨੇ ਸਿਗਰਟ ਪੀਣ ਤੋਂ ਰੋਕਿਆ ਤਾਂ ਉਹਨਾਂ ਦਾ ਝਗੜਾ ਹੋ ਗਿਆ ਅਤੇ ਝਗੜਾ ਵਧਦਾ ਵੇਖ ਦੋਹਾਂ ਨੇ ਉੱਥੋਂ ਜਾਣ ਦਾ ਫੈਸਲਾ ਲਿਆ। ਪਰ ਨਸ਼ੇ 'ਚ ਚੂਰ ਰੋਹਿਤ ਨੇ ਇਸ ਛੋਟੀ ਜਿਹੀ ਗੱਲ ਦਾ ਬਦਲਾ ਲੈਣ ਲਈ ਨਾ ਸਿਰਫ ਆਪਣੀ ਕਾਰ 'ਚ ਦੋਹਾਂ ਦਾ ਪਿੱਛਾ ਕੀਤਾ ਸਗੋਂ ਆਪਣੀ ਕਾਰ ਨਾਲ ਉਹਨਾਂ ਦੀ ਮੋਟਰਸਾਈਕਲ ਨੂੰ ਟੱਕਰ ਵੀ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨਾਲ ਚੱਲ ਰਹੀ ਇੱਕ ਹੋਰ ਕਾਰ ਅਤੇ ਆਟੋ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਗੁਰਪ੍ਰੀਤ ਅਤੇ ਉਸ ਦੇ ਦੋਸਤ ਮਨਿੰਦਰ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ, ਪਰ ਗੁਰਪ੍ਰੀਤ ਦੇ ਜ਼ਖਮਾਂ ਦੀ ਤਾਬ ਇੰਨੀ ਸੀ ਕਿ ਉਸ ਦੀ ਮੌਤ ਹੋ ਗਈ। ਮੁਲਜ਼ਮ ਰੋਹਿਤ ਕ੍ਰਿਸ਼ਨਾ ਮਹੰਤਾ ਆਪ ਪੇਸ਼ੇ ਤੋਂ ਇੱਕ ਵਕੀਲ ਹੈ ਅਤੇ ਦਿੱਲੀ ਹਾਈ ਕੋਰਟ ਤੇ ਸੁਪਰੀਮ ਕੋਰਟ 'ਚ ਪ੍ਰੈਕਟਿਸ ਕਰਨ ਦੇ ਨਾਲ-ਨਾਲ ਅਸਮ ਸਰਕਾਰ ਦੀ ਸਟੈਂਡਿੰਗ ਕੌਂਸਲ ਦਾ ਮੈਂਬਰ ਵੀ ਹੈ ਅਤੇ ਸ਼ਾਇਦ ਉਸੇ ਦੇ ਰਸੂਖ ਦੇ ਚੱਲਦਿਆਂ ਪਹਿਲਾਂ ਪੁਲਿਸ ਵੱਲੋਂ ਦਰਜ FIR 'ਚ ਮੁਲਜ਼ਮ ਦਾ ਨਾਂ ਗਲਤ ਲਿਖਿਆ ਗਿਆ ਅਤੇ ਫਿਰ ਸਿਰਫ ਹਾਦਸੇ ਦੀਆਂ ਧਾਰਾਵਾਂ ਲਾ ਕੇ ਉਸ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ। ਪਰ DSGMC ਦੇ ਦਖਲ ਤੋਂ ਬਾਅਦ FIR 'ਚ ਮੁਲਜ਼ਮ ਦਾ ਨਾਂ ਸਹੀ ਕੀਤਾ ਗਿਆ, ਉਸ ਤੇ ਕਤਲ ਦੀਆਂ ਧਾਰਾਵਾਂ ਲਾਈਆਂ ਗਈਆਂ ਅਤੇ ਦਬਾਅ ਦੇ ਚੱਲਦਿਆਂ ਗ੍ਰਿਫਤਾਰ ਵੀ ਕੀਤਾ ਗਿਆ। ਇਸ ਤੋਂ ਬਾਅਦ ਵੀ ਪੁਲਿਸ ਨੂੰ ਸਿਰਫ ਇੱਕ ਦਿਨ ਦੀ ਰਿਮਾਂਡ ਮਿਲਣ ਤੋਂ ਬਾਅਦ ਹੁਣ ਮੁਲਜ਼ਮ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਤੇ ਪੈਸੇ ਲੈ ਕੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਗਿਆ, ਪਰ ਉਹਨਾਂ ਨੂੰ ਸਿਰਫ ਤੇ ਸਿਰਫ ਇਨਸਾਫ ਚਾਹੀਦਾ, ਜਿਸ ਦੇ ਲਈ ਉਹ ਲੜਾਈ ਲੜਨ ਨੂੰ ਤਿਆਰ ਨੇ ਅਤੇ ਉਹਨਾਂ ਦੀ ਇਸ ਲੜਾਈ ਵਿੱਚ ਹਰ ਇਨਸਾਫ ਪਸੰਦ ਸ਼ਖਸ ਨੂੰ ਉਹਨਾਂ ਦੇ ਨਾਲ ਜ਼ਰੂਰ ਖੜਾ ਹੋਣਾ ਚਾਹੀਦਾ ਹੈ। ਬਠਿੰਡਾ ਤੋਂ ਰਾਕੇਸ਼ ਕੁਮਾਰ ਦੇ ਨਾਲ ਹਰਪ੍ਰੀਤ ਸਿੰਘ ਅਤੇ ਜਸਮੀਤ ਸਿੰਘ, PTC ਨਿਊਜ਼, ਦਿੱਲੀ।
ਤੇ ਇਸ ਪੂਰੇ ਘਟਨਾਕ੍ਰਮ ਨੇ ਕਈ ਸਵਾਲ ਖੜੇ ਕੀਤੇ ਨੇ। ਉਹਨਾਂ ਸਵਾਲਾਂ ਦੇ ਜਵਾਬ ਵੀ ਜ਼ਰੂਰ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ। ਉਹ ਸਵਾਲ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆ। ਸਵਾਲ ਇਹ ਨੇ ਕਿ ਕੀ ਦਿੱਲੀ ਪੁਲਿਸ ਜਿਹੜੀ ਹੈ ਮੁਲਜ਼ਮ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੀ ਹੈ, ਉਹ ਕਿਉਂ ਕੀਤੀ ਜਾ ਰਹੀ ਹੈ? ਕਿਸ ਤਰ੍ਹਾਂ ਦਾ ਦਬਾਅ ਉਹਨਾਂ ਦੇ ਉੱਪਰ ਹੈ? ਕਿ ਪਬਲਿਕ ਪਲੇਸ ਤੇ ਸਿਗਰਟ ਪੀਣ ਤੋਂ ਰੋਕਣਾ ਗਲਤ ਹੈ ਜੋ ਗੁਰਪ੍ਰੀਤ ਨੇ ਕੀਤਾ ਸੀ, ਤੇ ਸੜਕਾਂ ਤੇ ਘੁੰਮਦੇ ਨਸ਼ੇੜੀਆਂ ਨੂੰ ਰੋਕਣਾ ਕਿਸ ਦੀ ਜ਼ਿੰਮੇਵਾਰੀ ਹੈ? ਕਿ ਪੁਲਿਸ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਇਸ ਲਈ ਜ਼ਿੰਮੇਵਾਰ ਠਹਿਰਾਈ ਜਾਣੀ ਚਾਹੀਦੀ ਹੈ? ਕਿ ਜਿਹੜਾ ਡਰੰਕ ਡਰਾਈਵਿੰਗ ਖਿਲਾਫ ਕਾਨੂੰਨ ਜਿਹੜੇ ਨੇ ਉਹ ਕਿੰਨੇ ਕੁ ਕਾਰਗਰ ਸਾਬਤ ਹੋ ਰਹੇ ਨੇ? ਕਿਉਂਕਿ ਅਜਿਹੇ ਘਟਨਾਕ੍ਰਮ ਵੇਖ ਕੇ ਲੱਗਦਾ ਨਹੀਂ ਹੈ ਕਿ ਇਹ ਪੂਰੀ ਤਰ੍ਹਾਂ ਕਾਰਗਰ ਨੇ। ਅਤੇ ਜੋ ਪਰਿਵਾਰ ਦੀ ਮੰਗ ਹੈ ਕਿ ਕੀ ਇਹ ਜਾਂਚ ਜਿਹੜੀ ਹੈ CBI ਨੂੰ ਸੌਂਪ ਦਿੱਤੀ ਜਾਣੀ ਚਾਹੀਦੀ ਹੈ। ਇਹ ਕੁਝ ਸਵਾਲ ਨੇ। ਅਸੀਂ ਆਪਣੀ ਚਰਚਾ ਸ਼ੁਰੂ ਕਰਾਂਗੇ। ਚਰਚਾ ਵਿੱਚ ਸਾਡੇ ਨਾਲ ਜੋ ਸਾਡੇ ਨਾਲ ਮਹਿਮਾਨ ਜੁੜੇ ਨੇ, ਅਸੀਂ ਉਹਨਾਂ ਦੇ ਨਾਲ ਪਹਿਲਾਂ ਤੁਹਾਨੂੰ ਮਿਲਾ ਦਿੰਦੇ ਹਾਂ। ਸਾਡੇ ਨਾਲ ਨੇ ਗੁਰਪ੍ਰੀਤ ਦੇ ਪਿਤਾ ਓਂਕਾਰ ਸਿੰਘ ਜੀ, ਉਹਨਾਂ ਦੀ ਭੈਣ ਹਰਪ੍ਰੀਤ ਕੌਰ ਜੀ ਸਾਡੇ ਨਾਲ ਨੇ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ GK ਜੀ ਸਾਡੇ ਨਾਲ ਨੇ, ਅਨੁਰਾਗ ਕੁਲਸ਼੍ਰੇਸ਼ਟ ਜੀ ਰੋਡ ਸੇਫਟੀ NGO ਜੋ ਹੈ ਉਹਨਾਂ ਦੀ ਟਰੈਕਸ ਉਹ ਸਾਡੇ ਨਾਲ ਨੇ, ਅਵਤਾਰ ਸਿੰਘ ਕਾਲਕਾ ਜੀ ਨੇ ਜੋ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ। ਬਹੁਤ ਬਹੁਤ ਸਵਾਗਤ ਮੈਂ ਸਭ ਦਾ ਕਰੂੰਗਾ। ਮੈਂ ਭਾਵੁਕ ਇਸ ਕਰਕੇ ਜ਼ਿਆਦਾ ਇਸ ਜੋ ਪੂਰੀ ਚਰਚਾ ਵਿੱਚ ਕਿਉਂਕਿ ਇਹ ਮੇਰੇ ਆਪਣੇ ਪਿੰਡ ਦਾ ਮਾਮਲਾ ਹੈ। ਲਹਿਰਾ ਮੁਹੱਬਤ ਜੋ ਪਿੰਡ ਸੀ ਉਹ ਮੇਰਾ ਵੀ ਪਿੰਡ ਹੈ। ਜੋ ਪਿਤਾ ਨੇ ਉਹ ਮੇਰੇ ਪਿਤਾ ਸਮਾਨ ਨੇ। ਮੇਰੇ ਲਈ ਵੀ ਬੜੇ ਮੁਸ਼ਕਿਲ ਨੇ ਉਹਨਾਂ ਤੋਂ ਸਵਾਲ ਪੁੱਛਣੇ। ਓਂਕਾਰ ਸਿੰਘ ਜੀ ਮੇਰੇ ਨਾਲ ਨੇ। ਓਂਕਾਰ ਸਿੰਘ ਜੀ, ਬੱਚਾ ਜਦੋਂ ਪੜ੍ਹਨ ਲਈ ਜਾਂਦਾ ਹੈ ਕਿ ਦਿੱਲੀ ਵਰਗੇ ਸ਼ਹਿਰ 'ਚ SG ਖਬਰ ਆਉਂਦੀ ਹੈ, ਉਸ ਤੋਂ ਬਾਅਦ ਤੁਸੀਂ ਇੰਨੀ ਹਿੰਮਤ ਬਣ ਕੇ ਇਸ ਇਨਸਾਫ ਦੀ ਲੜਾਈ ਲੜ ਰਹੇ ਹੋ, ਕੀ ਕੁਝ ਕਹਿਣਾ ਚਾਹੁੰਦੇ ਹੋ? ਮੈਂ ਬਸ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਇਨਸੀਡੈਂਟ ਮੇਰੇ ਬੱਚੇ ਨਾਲ ਵਾਪਰਿਆ, ਅੱਗੇ ਤੋਂ ਇਹੋ ਜਿਹੀ ਘਟਨਾ ਕਿਸੇ ਹੋਰ ਬੱਚੇ ਨਾਲ ਨਾ ਵਾਪਰੇ। ਤਾਂ ਇਹਦੇ ਵਾਸਤੇ ਜਿਹੜੇ ਕੋਈ ਵੀ ਸੁਧਾਰਾਂ ਦੀ ਲੋੜ ਆ ਉਹ ਸਰਕਾਰਾਂ ਦੀ ਹੁੰਦੀ ਆ। ਸਰਕਾਰਾਂ ਉਹਨਾਂ ਸੁਧਾਰਾਂ ਨੂੰ ਇਹੋ ਜਿਹਾ ਸਬਕ ਲੈ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਸੁਧਾਰ ਕਰਨੇ ਚਾਹੀਦੇ ਆ। ਉਹ ਢਿੱਲਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਭੈਣ ਨੇ ਹਰਪ੍ਰੀਤ ਕੌਰ ਜੀ, ਤੁਸੀਂ CBI ਜਾਂਚ ਦੀ ਮੰਗ ਕਰ ਰਹੇ ਹੋ, ਕਿਉਂ ਤੁਹਾਡੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ? ਜੋ ਦਿੱਲੀ ਪੁਲਿਸ ਦੀ ਜੋ ਹੁਣ ਤੱਕ ਦੀ ਜਾਂਚ ਰਹੀ, ਕਿਤੇ ਨਾ ਕਿਤੇ ਉਹ ਵੀ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਹਾਂਜੀ, ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਪੁਲਿਸ ਵੀ ਕੋਸ਼ਿਸ਼ ਕਰ ਰਹੀ ਹੈ, ਕੁਝ ਅੰਦਰ ਖਾਤੇ ਹੋਰ ਚੀਜ਼ਾਂ ਵਾਂ ਸਾਨੂੰ ਪਤਾ ਲੱਗ ਰਹੀਆਂ। ਮੈਂ ਉਸ ਕਰਕੇ CBI ਇਨਕੁਆਇਰੀ ਦੀ ਰਿਕੁਐਸਟ ਕਰ ਰਹੀ ਹਾਂ ਗਵਰਨਮੈਂਟ ਨੂੰ, ਸੋ ਦੈਟ ਵੀ ਕੋਈ ਵੀ ਲੂਪ ਹੋਲ ਨਾ ਰਹੇ ਇਹਦੇ 'ਚ ਐਂਡ ਇਹ ਕੇਸ ਬਿਲਕੁਲ ਕਲੀਅਰ ਹੋ ਜਾਵੇ, ਸੋ ਦੈਟ ਉਹਨੂੰ ਐਕਿਊਜ਼ ਨੂੰ ਪ੍ਰੋਪਰ ਇੱਕ ਸਜ਼ਾ ਮਿਲੇ। ਇਹ ਸਜ਼ਾ ਦੀ ਜਿਹੜੀ ਮੰਗ ਜ਼ਰੂਰ ਹੈਗੀ ਹੈ। ਮਨਜੀਤ ਸਿੰਘ GK ਜੀ ਨੇ, ਪ੍ਰਧਾਨ ਨੇ DSG-MC ਦੇ। ਮਨਜੀਤ ਸਿੰਘ GK ਜੀ, ਇੱਕ ਅਜਿਹਾ ਪਰਿਵਾਰ ਜੋ ਬਿਲਕੁਲ ਸਧਾਰਨ ਬੈਕਗਰਾਊਂਡ ਤੋਂ ਆਉਂਦਾ ਹੈ, ਫਿਰ ਅਜਿਹੀ ਕਾਨੂੰਨੀ ਲੜਾਈ ਉਹਨਾਂ ਨੂੰ ਲੜਨੀ ਪੈਂਦੀ, ਤੁਸੀਂ ਕਿਸ ਤਰ੍ਹਾਂ ਨਾਲ ਮਦਦ ਜਿਹੜੀ ਹੈ ਕਰ ਰਹੇ ਹੋ ਤਾਂ ਕਿ ਕਾਨੂੰਨੀ ਤੌਰ ਦੇ ਉੱਪਰ ਕਿਤੇ ਕੋਈ ਕਮੀ ਨਾ ਰਹਿ ਜਾਵੇ? ਗੱਲ ਇਹ ਹੈ ਕਿ ਇਹ ਲੜਾਈ ਤਾਂ ਆਪਣੀ ਪਹਿਲੇ ਦਿਨ ਹੀ ਖਤਮ ਹੋ ਗਈ ਸੀਗੀ। ਜਿਸ ਦਿਨ ਇਸ ਬੱਚੇ ਦੀ ਡੈਥ ਹੁੰਦੀ ਹੈ ਔਰ ਇਹ ਪਰਿਵਾਰ ਹਰਸਿਮਰਤ ਬਾਦਲ ਹੋਰਾਂ ਨੂੰ ਮਿਲਦਾ ਹੈ, ਕਿਉਂਕਿ ਇਹ ਬਠਿੰਡੇ ਕੌਂਸਟੀਚੁਐਂਸੀ ਨੂੰ ਬਿਲੋਂਗ ਕਰਦੇ ਆ, ਔਰ ਉਹਨਾਂ ਦਾ ਫੋਨ ਆਉਂਦਾ, ਮੈਨੂੰ ਵੀ ਆਉਂਦਾ, ਮਨਜਿੰਦਰ ਸਿਰਸੇ ਨੂੰ ਵੀ ਆਉਂਦਾ। ਔਰ ਜਦੋਂ ਰਾਤੀ ਮੈਨੂੰ ਇੱਕ ਨੌਜਵਾਨ ਦਾ ਵੀ ਫੋਨ ਆਉਂਦਾ ਹੈ ਕਿ ਇਹ ਐਡਾ ਕੁਝ ਹੋ ਗਿਆ ਔਰ ਇਹ ਜਿਹੜੀ ਡੈੱਡ ਬੋਡੀ ਹੈ ਇਸ ਨੂੰ ਕਿਸੇ ਤਰੀਕੇ ਨਾਲ ਬਾਹਰ ਗਲਤ ਤਰੀਕੇ ਨਾਲ ਰੱਖ ਦਿੱਤਾ। ਡਿਟੇਲ ਆਪਾਂ ਅੱਗੇ ਡਿਸਕਸ ਕਰਾਂਗੇ। ਔਰ ਜਿਹੜੀ ਐਕਸੀਡੈਂਟ ਦੀ ਧਾਰਾਵਾਂ ਲਾ ਕੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ, ਤੇ ਉਸ ਵੇਲੇ ਕੋਈ ਰਸਤਾ ਨਹੀਂ ਸਾਡੇ ਕੋਲ ਰਹਿ ਗਿਆ ਕਿ ਅਸੀਂ ਪੁਲਿਸ ਦੇ ਉੱਤੇ ਪ੍ਰੈਸ਼ਰ ਬਣਾਈਏ। ਸਾਡੇ ਫਾਰਮਰ MLA ਨੇ ਹਰਮੀਤ ਸਿੰਘ ਕਾਲਕਾ, ਮੈਂ ਉਹਨਾਂ ਨੂੰ ਫੋਨ ਕੀਤਾ। ਮੈਂ ਪਰਮਜੀਤ ਸਿੰਘ ਰਾਣਾ ਸਾਡੇ ਸੀਨੀਅਰ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਦੇ ਨੇ, ਉਹਨਾਂ ਨੂੰ ਫੋਨ ਕੀਤਾ। ਸਾਡੇ ਹੋਰ ਲੋਕਲ ਮੈਂਬਰਸ ਉਹਨਾਂ ਨੂੰ ਭੇਜਿਆ ਉੱਥੇ, ਔਰ ਉਹਨਾਂ ਨੇ ਜਾ ਕੇ ਜੋ ਥਾਣੇ 'ਚ ਗੱਲ ਕੀਤੀ, ਹੈਰਾਨ ਰਹਿ ਗਏ ਅਸੀਂ ਕਿ ਇੱਕ ਸਿੰਪਲ ਐਕਸੀਡੈਂਟ ਦਾ ਕੇਸ ਬਣਾ ਕੇ ਔਰ ਪ੍ਰੈਸ਼ਰ ਪਾਇਆ ਜਾ ਰਿਹਾ ਸੀਗਾ ਬੱਚੇ ਦੇ ਪਿਤਾ ਦੇ ਉੱਤੇ। ਜਾਂ ਭੈਣ ਜਦੋਂ ਥਾਣੇ ਗਈ ਹੈ, FIR ਦੀ ਕਾਪੀ ਨਹੀਂ ਇਹਨਾਂ ਨੂੰ ਦਿਖਾਈ ਜਾਂਦੀ, ਔਰ ਇਹਨਾਂ ਨੂੰ ਇਹ ਆਖਿਆ ਜਾਂਦਾ ਕਿ ਤੁਸੀਂ ਸਮਝੌਤਾ ਕਰ ਲਓ, ਤੁਹਾਨੂੰ ਕੰਪਨਸੇਸ਼ਨ ਮਿਲ ਸਕਦੀ ਹੈ, ਤੁਹਾਨੂੰ ਇਹ ਹੋ ਸਕਦਾ, ਉਹ ਹੋ ਸਕਦਾ। ਅਲਟੀਮੇਟਲੀ ਮੈਂ ਵੀ ਉੱਥੇ ਪਹੁੰਚ ਗਿਆ, ਔਰ ਜਿਹੜਾ ਇੱਕ ਸਿੰਪਲ ਐਕਸੀਡੈਂਟ ਦਾ ਕੇਸ ਦਿਖਾਇਆ ਸੀਗਾ ਇੱਥੇ, ਮੈਂ ਕਿਉਂਕਿ ਮੈਂ ਪੁਲਿਸ ਨਾਲ ਮੈਨੂੰ ਰੋਸ ਬਹੁਤ ਹੈ, ਲੇਕਿਨ ਜਿਹੜੇ ਪੁਲਿਸ ਅਫਸਰ ਨੇ ਕੰਮ ਠੀਕ ਕੀਤਾ ਮੈਂ ਉਹਦਾ ਨਾਂ ਲੈਣਾ ਚਾਹਾਂਗਾ। ਜਿਹੜਾ DCP ਹੈ ਸਾਊਥ ਦਾ ਜੀ, ਈਸ਼ਵਰ ਸਿੰਘ, ਜਦੋਂ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਬਿਲਕੁਲ ਆਖਿਆ ਕਿ ਇਹ ਸਾਡਾ ਡਿਪਾਰਟਮੈਂਟ ਦਾ ਗਲਤ ਰਵੱਈਆ ਰਿਹਾ ਹੈ, ਇਹ ਹੁਣੇ ਠੀਕ ਹੋਏਗਾ। ਮੈਨੂੰ ਬੜੇ ਸਾਲ ਹੋ ਗਏ ਇਹੋ ਜਿਹੇ ਇਸ਼ੂਜ਼ ਦੇਖਦੇ ਹੋਏ, ਮੈਂ ਕਦੀ ਨਹੀਂ ਦੇਖਿਆ ਕਿ ਇੱਦਾਂ FIR ਦੇ ਵਿੱਚ ਧਾਰਾਵਾਂ ਉਸੇ ਵੇਲੇ, ਕਿਉਂਕਿ ਮੇਰਾ ਖਿਆਲ ਹੈ ਬੰਦੇ ਦੀ ਕੁੱਬ ਨਿਕਲ ਜਾਂਦਾ ਹੈ ਉਹਦੀ ਧਾਰਾ ਚੇਂਜ ਕਰਨ ਨੂੰ ਕੋਰਟ ਦੀ ਕਚਹਿਰੀ ਕਰਦੇ ਕਰਦੇ। ਲੇਕਿਨ ਸਾਡੀ ਕਿਸਮਤ ਚੰਗੀ ਕਹਿ ਲਓ
कि वो ऐसा शख्स निकलिया उसने उस वेले अपने थाने की खजाई की और ਉਹਦੇ ਵਿੱਚ ਜਿਹੜੀਆਂ 304 307 और 302 प्लस 295A 295A ਜਿਹੜੀ ਧਾਰਮਿਕ ਭਾਵਨਾਵਾਂ ਨੂੰ ਛੇੜਨ ਦੀ ਸੀ ਉਹ ਧਾਰਾਵਾਂ ਲਗਾਈਆਂ। ਹਾਲਾਂਕਿ ਉੱਥੇ ਫਿਰ ਵੀ ਆਨਾਕਾਨੀ ਕੀਤੀ ਜਾ ਰਹੀ ਸੀ, ਲੇਕਿਨ ਅਸੀਂ ਜਾ ਕੇ ਜਦੋਂ ਸਿਰ ਤੇ ਬਹਿ ਗਏ ਅਸੀਂ ਕਿ ਅਸੀਂ ਤਦ ਤੱਕ ਨਹੀਂ ਉੱਠਣਾ ਔਰ ਪ੍ਰੈਸ਼ਰ ਬਣਾ ਦਿੱਤਾ ਕਿ ਅਸੀਂ ਰਿੰਗ ਰੋਡ ਤੇ ਹੁਣੇ ਇੱਥੇ ਹਜ਼ਾਰਾਂ ਲੋਕ ਆ ਕੇ ਬਹਿ ਜਾਣਗੇ ਔਰ ਤੁਹਾਡੇ ਵਾਸਤੇ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਜਾਏਗੀ। ਅਖੀਰ ਉਹ ਥਾਣੇ ਨੂੰ ਇਹ ਧਾਰਾਵਾਂ ਲਾਣੀਆਂ ਪਈਆਂ ਔਰ ਉਹ ਧਾਰਾਵਾਂ ਲਾ ਕੇ ਜਿਹੜੀ ਨਵੀਂ FIR ਸੀ ਇਹਨਾਂ ਦੇ ਕੋਲ ਅਸੀਂ ਇਹਨਾਂ ਦੇ ਹਵਾਲੇ ਹੋ ਗਈ। ਔਰ ਤੁਸੀਂ ਮੈਨੂੰ ਕਾਨੂੰਨ ਦੀ ਗੱਲ ਕੀਤੀ ਹੈ, ਇਹ ਲੜਾਈ ਹੁਣ ਇਨਸਾਫ ਦੀ ਹੈ। ਦਿੱਲੀ ਗੁਰਦੁਆਰਾ ਕਮੇਟੀ ਨੂੰ ਜਿਵੇਂ ਸਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜ਼ਿੰਮੇਵਾਰੀ ਲਗਾਈ ਹੈ, ਦਿੱਲੀ ਗੁਰਦੁਆਰਾ ਕਮੇਟੀ ਹਰ ਚੀਜ਼ ਦੀ ਪੈਰਵਾਈ ਆਪ ਕਰੇਗੀ, ਭਾਵੇਂ ਉਹ ਐਡਵੋਕੇਟ ਹੋਣ, ਭਾਵੇਂ ਉਹ ਕੋਰਟ ਕਚਹਿਰੀ ਹੋਵੇ, ਭਾਵੇਂ ਹਲੇ ਹੋਰ ਵੀ ਇਹਦੇ 'ਚ ਇਸ਼ੂਜ਼ ਹੈ ਨੇ। ਬੱਚੇ ਦਾ ਜਿਹੜਾ ਉਹ ਕਾਤਲ ਹੈ ਉਹਦੇ ਪਿਤਾ ਨੇ ਬੜਾ ਰਸੂਖ ਆਪਣਾ ਵਰਤ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਲਾਸ਼ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢ ਕੇ ਸੜਕ ਤੇ ਰੱਖਣ ਦੀ ਕੋਸ਼ਿਸ਼ ਕੀਤੀ। ਇਹਦਾ ਮਤਲਬ ਹੈ ਕਿ ਤੁਸੀਂ ਸਬੂਤਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਜੇ ਡੈੱਡ ਬੋਡੀ ਕੋਈ ਹੋਰ ਕਿਸੇ ਜਗ੍ਹਾ ਨਿਕਲ ਜਾਂਦੀ, ਉਸ ਥਾਂ ਤੋਂ ਚਲੀ ਜਾਂਦੀ, ਤੇ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਨੁਕਸਾਨ ਜਿਹੜਾ ਹੋ ਸਕਦਾ ਸੀਗਾ। ਸੋ ਹਲੇ ਬੜੀਆਂ ਐਸੇ ਐਂਗਲਸ ਨੇ ਜਿਹੜੇ ਅਸੀਂ ਪ੍ਰੈਸ਼ਰ ਬਣਾਵਾਂਗੇ ਕਿ ਪੁਲਿਸ ਨੂੰ ਜ਼ਰੂਰੀ ਹੋ ਗਿਆ। ਅਵਤਾਰ ਸਿੰਘ ਕਾਲਕਾ ਜੀ, ਇਹ ਅਜਿਹੇ ਮਾਮਲੇ 'ਚ ਜਦੋਂ ਇਹ ਸਾਰਾ ਕੁਝ ਪ੍ਰੈਸ਼ਰਾਈਜ਼ ਕੀਤਾ ਗਿਆ ਪੁਲਿਸ ਨੂੰ, ਤਾਂ ਪੁਲਿਸ ਜਾਗੀ ਹੈ, ਕੁਛ ਨਾ ਕੁਛ ਕੀਤਾ ਹੈ, ਪਰ ਸੜਕਾਂ ਤੇ ਲੋਕ ਇਸ ਤਰ੍ਹਾਂ ਘੁੰਮ ਰਹੇ ਨੇ, ਨਸ਼ੇੜੀ ਘੁੰਮ ਰਹੇ ਨੇ। ਜੇ ਦਿੱਲੀ ਸਰਕਾਰ ਇਹ ਕਹੇ ਕਿ ਦਿੱਲੀ ਪੁਲਿਸ ਤਾਂ ਸਾਡੇ ਅੰਡਰ ਨਹੀਂ ਹੈ, ਤਾਂ ਕੀ ਉਸਦੀ ਜ਼ਿੰਮੇਵਾਰੀ ਕਿੱਥੋਂ ਸ਼ੁਰੂ ਹੁੰਦੀ ਹੈ ਫਿਰ ਸਰਕਾਰ ਦੀ? ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਦਿੱਲੀ ਸਿਵਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ, ਜਿਨ੍ਹਾਂ ਨੇ ਆਪਣਾ ਜਾ ਕੇ ਮੌਕੇ ਤੇ ਧਾਰਾਵਾਂ ਨੂੰ ਠੀਕ ਕੀਤਾ, ਕਿਉਂਕਿ ਦਿੱਲੀ ਸਿਵਲ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਪਣੇ ਆਪ 'ਚ ਇੱਥੇ ਬੜੀ ਵੱਡੀ ਸੰਸਥਾ ਹੈ। ਜੇ ਸੰਸਥਾ ਨਾ ਹੋਵੇ ਤਾਂ ਮੇਰਾ ਖਿਆਲ ਇੱਥੇ ਸਿੱਖਾਂ ਦਾ ਜਿਹੜਾ ਬਹੁਤ ਹੱਦ ਤੱਕ ਖਰਾਬ ਰਹੇ। ਪਰ ਅਗਰ ਉਹਨਾਂ ਨੇ ਇਹ ਧਾਰਾਵਾਂ ਚੇਂਜ ਕੀਤੀਆਂ, ਜਿਨ੍ਹਾਂ ਦਾ ਇਹਨਾਂ ਨੇ ਨਾਮ ਲਿਆ ਆਪਣਾ ਈਸ਼ਵਰ ਜੀ, ਤੇ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਕੋਈ ਸੰਸਥਾ ਆਈ ਹੈ ਔਰ ਇਸ ਸੰਸਥਾ ਦਾ ਕਰਕੇ ਬਦਲਾਵ ਉਹਨਾਂ ਨੇ ਕੀਤਾ। ਅਦਰਵਾਈਜ਼ ਜੋ ਸਾਡੇ ਹਾਲਾਤ ਨੇ ਇੱਥੇ, ਜੋ ਦਿੱਲੀ ਪੁਲਿਸ ਜਿਸ ਤਰ੍ਹਾਂ ਸਾਡੇ ਨਾਲ ਚੱਲਦੀ ਹੈ, ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ 'ਚ ਕਾਫੀ ਇਹੋ ਜਿਹੇ ਕਾਨੂੰਨ ਚੱਲਦੇ ਰਹੇ, ਇਸ ਤਰ੍ਹਾਂ ਦੀਆਂ ਜੇ ਘਟਨਾਵਾਂ ਹੁੰਦੀਆਂ ਰਹੀਆਂ ਤੇ ਔਰ ਇਗਨੋਰ ਕਰਦੇ ਰਹੇ। ਅੱਛਾ ਕਾਲਕਾ ਸਾਹਿਬ, ਸਰਕਾਰ ਦੀ ਜ਼ਿੰਮੇਵਾਰੀ ਕਿੱਥੋਂ ਮੰਨਦੇ ਹੋ ਤੁਸੀਂ ਫਿਰ? ਸਰਕਾਰ ਦੀ ਜ਼ਿੰਮੇਵਾਰੀ ਮੰਨਦੀ ਹੈ, ਪਰ ਸਾਡੇ ਕੋਲ ਸਾਡੇ ਕੈਬਨਿਟ ਮਿਨਿਸਟਰ ਨੇ ਹਰਸਿਮਰਤ ਕੌਰ ਜੀ, ਔਰ ਦਿੱਲੀ ਦੀ ਜਿਹੜੀ ਆਪਣਾ ਪੁਲਿਸ ਹੈ, ਪੂਰੀ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਆਪਣਾ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ, ਤਾਂ ਕਿ ਜਿਹੜੀ ਦਿੱਲੀ ਦਾ ਜੋ ਵਿਵਸਥਾ ਅਰਥ ਵਿਵਸਥਾ ਖਰਾਬ ਹੋ ਰਹੀ ਹੈ ਉਹ 'ਤੇ ਸਾਨੂੰ ਚਿੰਤਤ ਹੋਣਾ ਚਾਹੀਦਾ। ਦਿੱਲੀ ਸਰਕਾਰ ਵੀ ਇਹਦੇ ਵਿੱਚ ਬਿਲਕੁਲ ਆਪਣਾ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੀ। ਜੇ ਸਾਡੇ ਕੋਲ ਸਰਕਾਰ ਹੁੰਦੀ ਦਿੱਲੀ ਦੀ, ਤੇ ਜੋ ਆਪ ਜੀ ਨੂੰ ਪਤਾ ਕਿ ਪਿੱਛੇ ਜਿਸ ਤਰ੍ਹਾਂ ਵਰਤਿਆ, ਉਹਦੇ ਵਿੱਚ ਦਿੱਲੀ ਸਰਕਾਰ ਜਿਹੜੀ ਸੀ ਤਤਪਰ ਸੀਗੀ ਕੰਮ ਕਰਨ ਵਾਸਤੇ, ਪਰ ਕੁਝ ਇਹੋ ਜਿਹੇ ਕਾਰਨਾਂ ਕਰਕੇ ਜਿਹੜਾ ਕਿ ਪੁਲਿਸ ਸਾਡੇ ਜਿਸ ਤਰ੍ਹਾਂ ਨਾਲ ਜੋ ਦੇਖਿਆ ਜਾਏ ਤਾਂ ਜੋ ਇਲਜ਼ਾਮ ਇਹ ਵੀ ਲੱਗਦਾ ਹੈ ਕਿ ਲਗਾਤਾਰ ਸੜਕਾਂ ਦੇ ਕੋਲੇ ਸ਼ਰਾਬ ਦੇ ਠੇਕੇ ਖੋਲ੍ਹੇ ਜਾਂਦੇ ਆ, ਜਿਹੜੇ ਬਾਰ ਖੋਲ੍ਹੇ ਜਾਂਦੇ ਆ, ਉਹ ਕਿਤੇ ਨਾ ਕਿਤੇ ਜਦੋਂ ਲੋਕ ਉੱਥੋਂ ਨਿਕਲਣਗੇ ਪੀ ਕੇ ਤੇ ਰਾਤ ਨੂੰ ਸੜਕਾਂ 'ਤੇ ਜਾਣਗੇ, ਹੋਰ ਕੀ ਕਰਨਗੇ? ਦੇਖੋ ਇਸ ਤਰ੍ਹਾਂ ਹੈ, ਇਹਦੇ 'ਚ ਬਹੁਤ ਵੱਡਾ ਰੋਲ ਪੁਲਿਸ ਦਾ ਹੀ ਹੈ, ਕਿਉਂਕਿ ਅਗਰ ਦਿੱਲੀ ਸਰਕਾਰ ਨੇ ਤਾਂ ਆਪਣਾ ਕੰਮ, ਠੇਕੇ ਤਾਂ ਸਰਕਾਰ ਨਹੀਂ ਖੋਲ੍ਹਦੀ ਨਾ, ਠੇਕੇ ਸਰਕਾਰ, ਹੁੱਕਾ ਬਾਰ ਸਰਕਾਰ ਨਹੀਂ ਖੋਲ੍ਹਦੀ। ਹੁੱਕਾ ਬਾਰ ਦਾ ਦੇਖੋ ਸਰਕਾਰਾਂ ਕੰਮ ਕਰਦੀਆਂ ਨੇ ਸਾਰੀਆਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਜੇ ਉੱਥੋਂ ਲਾਇਸੈਂਸ ਹੋਇਆ ਉਹਨਾਂ ਨੂੰ ਜਾਰੀ ਹੁੰਦਾ ਤਾਂ ਹੀ ਕੰਮ ਹੁੰਦਾ, ਪਰ ਸਾਨੂੰ ਵੀ ਆਪਣਾ ਸੁਚੇਤ ਰਹਿਣਾ ਚਾਹੀਦਾ। ਆਮ ਜਿਹੜੀ ਪਬਲਿਕ ਹੈ ਉਹਨੂੰ ਵੀ, ਜਿਸ ਤਰ੍ਹਾਂ ਕਿ ਸਾਡੇ ਕੋਲ ਦਿੱਲੀ ਸਿਵਲ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸਾਨੂੰ ਆਪਣੀ ਕਮਿਊਨਿਟੀ ਨੂੰ ਤਾਂ ਜਾਗਰਤ ਕਰਾਉਣਾ ਹੀ ਕਰਾਉਣਾ ਹੈ। ਤੇ ਇਹ ਗੱਲ ਇੱਕ ਕਮਿਊਨਿਟੀ ਦੀ ਨਹੀਂ ਹੈ ਕਾਕਾ ਸਾਹਿਬ, ਇਸ ਨੂੰ ਆਪਾਂ ਕਮਿਊਨਲਾਈਜ਼ ਨਾ ਕਰੀਏ। ਇਹ ਬਿਲਕੁਲ ਕਿਸੇ ਧਰਮ ਦੀ ਗੱਲ ਨਹੀਂ ਹੈ। ਦਿੱਲੀ ਕਮੇਟੀ ਇਸ ਕਰਕੇ ਨਹੀਂ ਖੜੀ ਹੈ ਕਿ ਉਹ ਸਿਰਫ ਸਿੱਖ ਸੀ, ਉਹ ਇੱਕ ਨੌਜਵਾਨ ਸੀ ਜਿਸ ਨੂੰ ਬਿਲਕੁਲ ਜੋ ਬੇਕਸੂਰ ਮਾਰਿਆ ਗਿਆ ਸੀ। ਬੜਾ ਵੱਡਾ ਕਲੰਕ ਹੈ ਇਹ ਸਾਡੇ ਆਪਣਾ ਦਿੱਲੀ ਦੇ ਉੱਤੇ ਕਿ ਰਾਹ ਜਾਂਦੇ ਬੰਦੇ ਨੂੰ ਉਹਨਾਂ ਨੇ ਇਸ ਤਰ੍ਹਾਂ ਆਪਣਾ ਹਿੱਟ ਕਰਕੇ ਮਾਰਿਆ। ਅਗਰ ਧੂਆਂ ਜਿਹੜਾ ਹੈ ਅੱਜ ਹਰ ਜਗ੍ਹਾ ਨੋ ਸਮੋਕਿੰਗ, ਅਗਰ ਅਸੀਂ ਪੜ੍ਹਦੇ TV ਤੇ ਐਡ ਆਉਂਦੀ ਹੈ ਕਿ ਨੋ ਸਮੋਕਿੰਗ ਦੀ, ਕਿ ਇਹ ਖਤਰਨਾਕ ਹੈ ਸਿਹਤ ਦੇ ਲਈ, ਪਰ ਫਿਰ ਵੀ ਜੇ ਕੋਈ ਆਪਣਾ ਮਿਨੋਰਟੀ ਨੇ ਉਹਨੂੰ ਕਿਹਾ, ਐਜ ਆਪਣਾ ਗੁਰਪ੍ਰੀਤ ਸਿੰਘ ਜੀ ਨੇ, ਕਿ ਭਾਈ ਧੂਆਂ ਤੋਂ ਸਾਈਡ 'ਤੇ ਹੋ ਕੇ ਪੀ ਲਾ, ਆਪਣਾ ਜੇ ਪੀਣੀ ਹੈ ਤਾਂ ਤੁਹਾਨੂੰ ਤੇਰੇ ਤੋਂ ਕੋਈ ਇਤਰਾਜ਼ ਨਹੀਂ ਹੈ, ਪਰ ਉਹਦੇ ਅੰਦਰ ਪਤਾ ਨਹੀਂ ਕਿੰਨੀ ਕੁ ਨਫ਼ਰਤ ਭਰੀ ਹੋਈ ਹੈ। ਇੱਕ ਐਡਵੋਕੇਟ ਲਾਇਰ ਹੋਣ ਦੇ ਬਾਵਜੂਦ, ਜਿਹੜੇ ਆਪਾਂ ਕਹਿੰਦੇ ਕਿ ਪੜ੍ਹਾਈ ਆਪਾਂ ਇੱਕ ਬਹੁਤ ਜ਼ਰੂਰੀ ਹੈ, ਉਸ ਦੇ ਬਾਵਜੂਦ ਸਾਨੂੰ ਗਿਆਨ ਨਹੀਂ ਹੈਗਾ ਇਸ ਚੀਜ਼ ਦਾ। ਮੇਰਾ ਸਵਾਲ ਇਹ ਸੀ ਕਿ ਲੋਕ ਜਦੋਂ ਰਾਤ ਨੂੰ ਜਦੋਂ ਸੜਕਾਂ 'ਤੇ ਘੁੰਮਦੇ ਆ, ਉਹਨਾਂ ਨੂੰ ਕੁਝ ਸੈਂਸ ਨਹੀਂ ਹੁੰਦੀ, ਫਿਰ ਉਹਨਾਂ ਨੂੰ ਸਹੀ ਗਲਤ ਦਾ ਪਤਾ ਨਹੀਂ ਲੱਗਦਾ। ਇਸ 'ਤੇ ਜ਼ਰੂਰ ਰੋਕਿਆ ਜਿਹੜੀ ਲੱਗਣੀ ਚਾਹੀਦੀ। ਇੱਕ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਵਾਂਗੇ। ਸਾਡੇ ਨਾਲ ਜੋ ਰੋਡ ਸੇਫਟੀ NGO ਦੇ ਨਾਲ ਨੇ ਅਨੁਰਾਗ ਜੀ, ਉਹਨਾਂ ਕੋਲ ਅਸੀਂ ਸਵਾਲ ਪੁੱਛਾਂਗੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਰੋਡ ਸੇਫਟੀ ਜਿਹੜੀ ਹੈ ਉਸ ਨੂੰ ਲੈ ਕੇ ਕੀ ਕਾਨੂੰਨ ਨੇ ਤੇ ਕਿੰਨੇ ਕੁ ਇੰਪਲੀਮੈਂਟ ਹੋ ਰਹੇ ਨੇ। ਛੋਟਾ ਬ੍ਰੇਕ ਲੈ ਰਹੇ ਹਾਂ, ਅਸੀਂ ਹੁਣ ਵਾਪਸ ਆਵਾਂਗੇ।
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਗੁਰਪ੍ਰੀਤ ਨੂੰ ਇਨਸਾਫ ਦੀ। ਹੁਣ ਤੱਕ ਜੋ ਚਰਚਾ ਹੋਈ ਉਸ ਵਿੱਚ ਕਿਤੇ ਨਾ ਕਿਤੇ ਦੇਖਣ ਨੂੰ ਇਹ ਮਿਲਿਆ ਕਿ ਪੁਲਿਸ ਦੀ ਕਾਰਗੁਜ਼ਾਰੀ ਸਵਾਲਾਂ 'ਚ ਰਹੀ ਹੈ, ਪਰ ਸੜਕਾਂ ਦੇ ਉੱਪਰ ਜੋ ਨਸ਼ੇੜੀ ਲੋਕ ਘੁੰਮਦੇ ਨੇ ਉਹਨਾਂ ਦਾ ਕੀ ਹਾਲ ਹੈ, ਇਹ ਜਵਾਬ ਹਜੇ ਤੱਕ ਸਾਨੂੰ ਮਿਲ ਨਹੀਂ ਪਾਇਆ। ਸਾਡੇ ਨਾਲ ਅਨੁਰਾਗ ਕੁਲ ਸ਼੍ਰੇਸ਼ਟ ਜੀ ਨੇ, ਰੋਡ ਸੇਫਟੀ NGO ਇਹਨਾਂ ਦੀ ਟਰੈਕਸ। ਅਨੁਰਾਗ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਕਿ ਪੁਲਿਸ ਨੇ ਇਹ ਕੋਸ਼ਿਸ਼ ਕੀਤੀ ਜੋ ਹੁਣ ਤੱਕ ਇਹ ਆਇਆ ਕਿ ਇਸ ਨੂੰ ਸਿੰਪਲ ਐਕਸੀਡੈਂਟ ਦਰਸਾ ਦਿੱਤਾ ਜਾਵੇ, ਉਸਨੇ ਜੋ ਨਸ਼ੇ ਦੀ ਹਾਲਤ ਵਿੱਚ ਸੀ ਉਹ ਚੀਜ਼ ਸ਼ਾਇਦ ਉਹ ਵੀ ਚੈੱਕ ਨਹੀਂ ਹੋਈ। ਇਹ ਕਿੰਨੇ ਕਾਨੂੰਨ ਦੇ ਦਾ ਵੱਡਾ ਲੂਪ ਹੋਲ ਹੈ ਕਿ ਇਸ ਨੂੰ ਸਿੰਪਲ ਐਕਸੀਡੈਂਟ ਬਣਾ ਦੇਣਾ। ਜੋ ਡਰੰਕਨ ਡਰਾਈਵਿੰਗ ਹੈ, ਜਾਣਬੁੱਝ ਕੇ ਮਾਰਿਆ ਗਿਆ ਜਿਹੜਾ है ये चीज़ सी, ये एक्सीडेंट नहीं सी, पर इसमें एक्सीडेंट बनाने की कोशिश की गई। एक्चुअली बलविंदर जी, हमारी जो दिल्ली पुलिस या पूरे हिंदुस्तान की पुलिस को अगर बोले, दे आर नॉट प्रोफेशनल। रोड एक्सीडेंट के केस में जितने भी इन्वेस्टिगेशन में जो पुलिस वाले जाते हैं उनकी नॉलेज जीरो होती है। उनके पास एक्सीडेंट इन्वेस्टिगेशन नाम की नॉलेज या ट्रेनिंग उनके पास जीरो होती है। हर एक्सीडेंट के केस को हर सारे स्टेट्स में, मैं काफ़ी स्टेट से मैं जान चुका हूँ, उस एक्सीडेंट के केस को उनके लिए एक 2 पार्टी सिस्टम होता है कि केस को रफा दफा करो, दोनों पार्टियों में समझौता कराओ, क्योंकि अपने देश का कानून रोड एक्सीडेंट के केस में बिल्कुल नील है। और उसकी कमी की वजह से पुलिस भी उसका फ़ायदा उठाती है और उसका नुकसान जो है जनता को, अपनी जान, 2 लाख से ज़्यादा लोग मरते हैं हर साल रोड एक्सीडेंट्स में। और दूसरा, मैं एक सबसे वैसे देखिए जो ड्रंकन ड्राइविंग है जी बाय रूल चलिया जाए, कोई इस तरह मारदा तक की उस पर होना चाहिए कानूनी तौर पे, जो लीगली होना चाहिए पर हो नहीं रहा। लीगल मैंने वही बोला कि अपने देश का कानून बहुत ही हल्का है, इस पर कभी काम नहीं किया गया। रोड सेफ्टी बिल, रोड सेफ्टी एंड ट्रांसपोर्ट बिल जो पार्लियामेंट में पिछले 2 साल से अटका पड़ा है, इस सरकार ने भी उसको जो है लाने की कोशिश नहीं की गई है। सबसे बड़ी बात, जब तक इस रोड सेफ्टी एंड ट्रांसपोर्ट बिल को नहीं लाया जाएगा, जो मोटर व्हीकल एक्ट है उसको जब तक स्ट्रॉन्ग नहीं बनाया जाएगा, तब तक एक्सीडेंट्स के केस को बहुत हल्के में लिया जाएगा। पुलिस को अभी हम लोगों ने एक स्पेशल रिक्वेस्ट की है गवर्नमेंट से कि हर थाने में एक्सीडेंट से जुड़ा कम से कम एक अलग से डिपार्टमेंट बनाया जाना चाहिए, जिससे कि उसके इन्वेस्टिगेशन को जो पुलिस प्रोफेशनल्स हैं उनको प्रोफेशनल्स को उनको हैंड ओवर किया जाना चाहिए, जिससे कि वो एक्सीडेंट, हर एक्सीडेंट से जुड़े केस को ਇਨਵੈਸਟੀਗੇਸ਼ਨ ਪ੍ਰੋਪਰਲੀ ਕਰ ਸਕੇ। ਅਸੀਂ ਦੇਖਦੇ ਹਾਂ ਕਿ ਜਿਹੜੇ ਚਲਾਨ ਕੱਟਣ ਲਈ ਜ਼ਰੂਰ ਪੁਲਿਸ ਖੜੀ ਹੁੰਦੀ ਹੈ, ਤੁਸੀਂ ਡਰੰਕਨ ਡਰਾਈਵਿੰਗ ਕਰ ਰਹੇ ਹੋ ਜਾਂ ਨਹੀਂ ਕਰ, ਜਾਂ ਹੈਲਮਟ ਪਾਇਆ ਕਿ ਨਹੀਂ, ਉਹ ਚੀਜ਼ ਜ਼ਰੂਰ ਹੈ। ਪਰ ਇਸ ਤਰ੍ਹਾਂ ਦੇ ਨਾਲ ਜੇ ਕੋਈ ਕੰਮ ਕਰ ਰਿਹਾ ਹੈ, ਸੜਕਾਂ ਤੇ ਘੁੰਮ ਰਿਹਾ, ਇਸ ਤਰ੍ਹਾਂ ਦੇ ਨਾਲ ਜਾਣ ਬੁੱਝ ਕੇ ਟੱਕਰਾਂ ਮਾਰ ਰਿਹਾ, ਤੇ ਉੱਥੇ ਪੁਲਿਸ ਨਜ਼ਰ ਨਹੀਂ ਆਉਂਦੀ। मैं इसमें सबसे पहले अपनी सरकारों का दोषी मानूंगा। जो अब तक जितना भी सिस्टम हिंदुस्तान में बना, जो भी डेवलपमेंट के नाम पर सरकारों ने किया, मैं आज की एट प्रेजेंट पार्टी की बात नहीं कर रहा, पुरानी पार्टीज की और पूरे देश में सारी पार्टियों की बात कर रहा हूँ। रेडी पटरी, सड़क, फुटपाथ किसके लिए होता है? फुटपाथ होता है पैदल चलने वालों के लिए, सड़क होती है व्हीकल्स के लिए। आपने वहाँ पर रेडी पटरी वालों को आसीन किया। संसद में जो है बिल लाया गया कि रेडी पटरी कानून, कि जब तक उनके पास उनका वेरिफिकेशन नहीं हो जाएगा उनको कोई हटा नहीं सकता। सबसे बड़ी बात है कि अगर सड़क के पास एक दुकान लगाई जाती है, फुटपाथ पर एक दुकान लगाई जाती है, तो जो भी रोड पर जाने वाला है वो कहाँ रुकेगा? सड़क पर। और उसका नतीजा ये होता है कि आपस में रोड रेजिंग के सीन बढ़ते हैं। ਜਿਹੜੀਆਂ ਹੈ ਕਿਤੇ ਨਾ ਕਿਤੇ ਇਹ ਲੂਪਹੋਲਸ ਉਹੀ ਇੱਥੇ ਜਿਹੜੀਆਂ ਕਿਤੇ ਨਾ ਕਿਤੇ ਸਭ ਨੂੰ ਖਰਾਬ ਕਰ ਰਹੀਆਂ। ਮਨਜੀਤ ਜੀ ਕਿ ਜੀ ਗੱਲ ਇੱਥੇ ਉਹੀ ਆਉਂਦੀ ਹੈ ਕਿ ਜੋ ਉਹਨਾਂ ਨੇ ਵੀ ਕਿਹਾ, ਅਨੁਰਾਗ ਜੀ ਨੇ ਵੀ, ਕਿ ਕਾਨੂੰਨ ਜਿਹੜੀਆਂ ਉਸ ਦੀਆਂ ਚੋਰ ਮੋਰੀਆਂ ਦਾ ਹੀ ਫਾਇਦਾ ਚੱਕਿਆ ਜਾਂਦਾ, ਤੇ ਇੱਥੇ ਵੀ ਚੀਜ਼ ਨਜ਼ਰ ਆ ਰਹੀ ਸੀ। ਮੈਂ ਸਮਝਦਾ ਜਿਹੜੀ ਕੋਈ ਸੁਰੇਸ਼ ਜੀ ਨੇ ਗੱਲ ਕਹੀ ਹੈ ਕਿ ਇਹ ਜਿਹੜਾ ਮੋਟਰ ਵਹੀਕਲ ਐਕਟ ਹੈਗਾ, ਇਹਦੀ ਅਮੈਂਡਮੈਂਟ ਬੜੀ ਲਾਜ਼ਮੀ ਹੈ, ਜਿਹੜੇ ਅਸੀਂ ਸੁਧਾਰਾਂ ਦੀ ਗੱਲ ਵਾਲੇ ਪਾਸੇ ਚੱਲੀਏ। ਇੱਥੇ 10-10 ਬੰਦਿਆਂ ਤੇ ਗੱਡੀ ਚਾੜ ਕੇ ਉਹਦੀ ਥਾਣੇ 'ਚ ਜ਼ਮਾਨਤ ਹੋ ਜਾਂਦੀ ਹੈ, ਪਰ ਇਹ ਕੇਸ ਉਸ ਤੋਂ ਡਿਫਰੈਂਟ ਸੀਗਾ। ਇਹ ਕੇਸ ਤੇ ਸਿੱਧਾ ਕਤਲ ਦਾ ਕੇਸ ਹੈ। ਬਿਲਕੁਲ ਮੈਂ ਸਮਝਦਾ ਵਾਂ ਕਿ ਉਦਣ 3 ਕਤਲ ਹੋਏ ਨੇ। ਇੱਕ ਕਤਲ ਗੁਰਪ੍ਰੀਤ ਦਾ ਹੋਇਆ, ਦੂਜਾ ਕਤਲ ਕਾਨੂੰਨ ਦਾ ਹੋਇਆ, ਔਰ ਤੀਜਾ ਕਤਲ ਇਨਸਾਨੀਅਤ ਦਾ ਹੋਇਆ। ਮੈਂ ਇਸ ਨੂੰ ਇਸ ਐਂਗਲ ਤੋਂ ਦੇਖਦਾ ਵਾਂ। ਮੈਨੂੰ ਅੱਜ ਖੁਸ਼ੀ ਸੀਗੀ ਕਿ ਅੱਜ ਆਮ ਆਦਮੀ ਪਾਰਟੀ ਦੇ MLA ਵੀ ਸਾਡੇ ਨਾਲ ਆਏ ਨੇ, ਅੱਜ BJP ਦੇ ਵੀ ਫਾਰਮਰ MLA ਔਰ ਉਹਨਾਂ ਦਾ ਯੂਥ ਸਾਡੇ ਨਾਲ ਆਇਆ। ਲੇਕਿਨ ਮੈਂ ਸਮਝਦਾ ਇਹ ਦੋਵੇਂ ਸਰਕਾਰਾਂ ਦਾ ਇਹਦੇ 'ਚ ਢਿੱਲਪਨ ਹੈ। ਜਿਵੇਂ ਤੁਸੀਂ ਸਵਾਲ ਕਰ ਰਹੇ ਸੀ, ਜਿਵੇਂ ਠੇਕੇ ਖੋਲ੍ਹੇ ਗਏ ਨੇ, ਜਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਧੂਮਰਪਾਨ ਜਿਹੜਾ
ਮਤਲਬ ਇਹ ਹੋਈ ਕਿਉਂ ਗੱਲ ਕਿ ਉਹ ਸਿਗਰਟ ਦਾ ਧੂਆਂ ਮਾਰਦਾ, ਉਸ ਨੂੰ ਆਬਜੈਕਟ ਕਰਦਾ। ਪਬਲਿਕ ਪਲੇਸ ਤੇ ਤਾਂ ਵੈਸੇ ਹੀ ਜੁਰਮ ਹੈ ਜੋ ਜੁਰਮ ਹੈ। ਅੱਛਾ, ਮੈਂ ਇਹ ਸਮਝਦਾ ਵਾਂ ਕਿ ਜਿਸ ਸਪੀਡ ਨਾਲ ਠੇਕੇ ਚੱਲੇ ਨੇ ਖੁੱਲੇ ਨੇ ਇਹ ਵੀ ਗਲਤ ਹੈ। ਲੇਡੀਜ਼ ਦਾ ਵੀ ਠੇਕਾ ਇੱਕ ਸੈਪਰੇਟ ਕਰ ਦਿੱਤਾ, ਅਲੱਗ ਤੋਂ ਬਣਾ ਦਿੱਤਾ। ਮੈਂ ਸਮਝਦਾ ਵਾਂ ਕਿ ਦਿੱਲੀ ਪੁਲਿਸ ਦਾ ਜੋ ਉਦੋਂ ਰੋਲ ਸੀਗਾ ਉਹ ਟੋਟਲ ਅੱਜ ਤੱਕ ਮੈਨੂੰ ਅਫਸੋਸ ਹੈ ਕਿ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਕੋਈ ਆਪਣਾ ਬਿਆਨ ਨਹੀਂ ਦਿੱਤਾ, ਕੋਈ ਐਕਸ਼ਨ ਨਹੀਂ ਲਿਆ। ਜਿਹੜੇ ਡੀਸੀਪੀ ਨੇ ਠੀਕ ਕੰਮ ਕੀਤਾ, ਅਸੀਂ ਉਹਦੀ ਤਾਰੀਫ ਕਰਦੇ ਪਏ ਹਾਂ, ਲੇਕਿਨ ਜਿਹੜੇ ਬੰਦੇ ਇਹਨਾਂ ਤੇ ਪ੍ਰੈਸ਼ਰ ਪਾ ਰਹੇ ਸੀ, ਇਹ ਮੇਰਾ ਖਿਆਲ ਹਸਪਤਾਲ 'ਚ ਉਹ ਮੌਤ ਦੇ ਨਾਲ ਲੜਾਈ ਲੜਦਾ ਪਿਆ, ਉੱਥੋਂ ਦੀ ਜਿਹੜੇ ਆ ਥਾਣੇ ਦੀ ਦੂਰੀ ਆ ਉਹ 3-4 ਕਿਲੋਮੀਟਰ ਦੀ ਆ, ਇਹਨਾਂ ਕੋਲ ਕੋਈ ਗੱਡੀ ਮੋਟਰ ਨਹੀਂ, ਇਹ ਪਿੰਡ ਤੋਂ ਉੱਠ ਕੇ ਆਏ ਨੇ, ਇਹਨਾਂ ਦਾ ਇੱਥੇ ਕੋਈ ਵਾਲੀ ਵਾਸ ਨਹੀਂ। ਤੁਸੀਂ ਉਸ ਪਿਓ ਦੀ ਔਰ ਉਸ ਭੈਣ ਦੀ ਹਾਲਤ ਸਮਝੋ ਕਿ ਜਿਹੜਾ ਉਸ ਵੇਲੇ ਹਸਪਤਾਲ ਦੇ ਵਿੱਚ ਆਪਣਾ ਸਮਾਂ ਕਿੱਦਾਂ ਗੁਜ਼ਾਰ ਰਿਹਾ ਸੀ। ਇੱਕ ਪਾਸੇ ਥਾਣੇ ਦੇ ਚੱਕਰ ਕੱਟਦੇ ਪਏ ਸੀ ਔਰ ਥਾਣਾ ਇਹਨਾਂ ਨਾਲ ਕੀ ਕਰਦਾ ਪਿਆ ਸੀ, ਹਸਪੀਟਲ ਕੀ ਕਰਦਾ ਪਿਆ ਸੀਗਾ ਕਿ ਜਦੋਂ ਤਾਂ ਉਹਨਾਂ ਨੇ ਪਿਤਾ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਇਹਦੇ ਅੰਗ ਦਾਨ ਚਾਹੀਦੇ ਨੇ, ਤੁਸੀਂ ਸਾਈਨ ਕਰ ਦਿਓ, ਇਹ ਸਾਈਨ ਕਰ ਦਿੰਦੇ ਨੇ। ਲੇਕਿਨ ਜਦੋਂ ਉਹਨਾਂ ਦਾ ਕਿਤੇ ਨਾ ਕਿਤੇ ਸੌਦਾ ਹੋ ਗਿਆ, ਕੇਸ ਨੂੰ ਰਫਾ ਦਫਾ ਕਰਨਾ, ਉਹਨਾਂ ਨੇ ਪਿਛਲੇ ਦਰਵਾਜ਼ੇ ਉਹ ਲਾਸ਼ ਕੱਢੀ ਔਰ ਲਾਸ਼ ਜਿਹੜੀ ਹੈ ਬਲੱਡ ਰਿਲੇਸ਼ਨ ਦੇ ਹਵਾਲੇ ਹੋਣੀ ਚਾਹੀਦੀ ਹੈ, ਉਹ ਵੀ ਨਹੀਂ ਹੁੰਦੀ, ਕਿਸੇ ਹੋਰ ਦੇ ਸਾਈਨ ਕਰਾ ਕੇ ਤੁਸੀਂ ਸੜਕ ਤੇ ਉਸ ਨੂੰ ਰੱਖ ਦਿੰਦੇ ਹੋ। ਮੈਂ ਸਮਝਦਾ ਵਾਂ ਕਿ ਇਹਦੇ ਵਿੱਚ ਇਹ ਦੋਵੇਂ ਸਰਕਾਰਾਂ ਨੂੰ ਆਪਣੇ ਆਪ ਨੂੰ ਜਿਹੜਾ ਅਗਰ ਨਹੀਂ ਸੁਧਾਰਨਗੀਆਂ ਤੇ ਇਹ ਇੰਸਟੈਂਸ ਰੋਜ਼ ਵਧਣਗੇ। ਸਾਡਾ ਕੰਮ ਨਹੀਂ ਹੈ, ਸਾਡਾ ਕੰਮ ਨਹੀਂ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ। ਸਾਡਾ ਤੁਸੀਂ ਇਹਨਾਂ ਨੇ ਗੱਲ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਖਾਲੀ ਸਿੱਖਾਂ ਲਈ ਤਾਂ ਨਹੀਂ ਕਰਦੀ ਪਈ, ਇੱਥੇ 50-50 ਹਜ਼ਾਰ ਆਦਮੀ ਆ ਕੇ ਧਰਨੇ ਮਾਰਦੇ ਆ ਜੰਤਰ ਮੰਤਰ ਦੇ ਉੱਤੇ, ਭਾਵੇਂ ਤਮਿਲਨਾਡੂ ਦੇ ਕਿਸਾਨ ਆ ਜਾਣ, ਅੰਨਾ ਹਜ਼ਾਰੇ ਦੀ ਹੋ ਜਵੇ ਜਾਂ ਇਹ ਵੀ ਛੱਡੋ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਸਾਰੀ ਮੂਵਮੈਂਟ ਇੱਥੋਂ ਚੱਲੀ ਹੈ। ਬਾਬਾ ਆਮਟੇ ਅੱਜ ਤੋਂ 40 ਸਾਲ ਪਹਿਲੇ ਆਏ ਸੀ, ਉਹਨਾਂ ਦੀ ਮੂਵਮੈਂਟ ਇੱਥੋਂ ਚੱਲੀ ਹੈ। ਕਿਤੇ ਕੋਈ ਜੰਮੂ ਕਸ਼ਮੀਰ 'ਚ ਕੋਈ ਹਾਦਸਾ, ਗੱਲ ਇਹੀ ਹੈ ਕਿ ਸਰਕਾਰ ਆਪਣਾ ਰੋਲ ਦੇਖੇ ਕਿ ਉੱਥੇ ਕੀ ਗੱਲ। ਅਵਤਾਰ ਸਿੰਘ ਕਾਲਕਾ ਜੀ, ਜਿਹੜਾ ਇੱਕ ਸਿੰਪਲ ਜਿਹਾ ਸਵਾਲ ਇਹ ਹੈ ਕਿ ਇਹ ਚੀਜ਼ਾਂ ਤਾਂ ਜ਼ਿਆਦਾ ਵਾਪਰ ਰਹੀਆਂ ਕਿਉਂਕਿ ਨਸ਼ੇ ਦੀ ਉਪਲਬਧਤਾ ਜ਼ਿਆਦਾ ਕਿਤੇ ਨਾ ਕਿਤੇ ਹੋ ਰਹੀ ਹੈ ਪਹਿਲਾਂ ਨਾਲੋਂ। ਇਸ ਨੂੰ ਘੱਟ ਕਰਨ ਲਈ ਤੁਸੀਂ ਇੱਕ ਸਰਕਾਰ ਜ਼ਰੂਰ ਗੱਲ ਕਰ ਸਕਦੇ ਹੋ ਕਿ ਠੇਕੇ ਘੱਟ ਕਰੋ, ਜਿਹੜੇ ਹੁੱਕਾ ਬਾਰ ਹੈ ਇਹਨਾਂ ਨੂੰ ਘੱਟ ਕਰੋ ਤਾਂ ਕਿ ਲੋਕ ਸੜਕਾਂ ਤੇ ਜਿਹੜੇ ਨਸ਼ੇੜੀ ਹੋ ਕੇ ਨਾ ਘੁੰਮਣ ਰਾਤ ਨੂੰ। ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਹੈ। ਇਹਦੇ ਤੇ ਆਪਣਾ ਕਈ ਵਾਰੀ ਮੁੱਦੇ ਉੱਠੇ ਨੇ, ਵਿਧਾਨ ਸਭਾ 'ਚ ਮੁੱਦਾ ਉੱਠਿਆ ਸੀਗਾ, ਔਰ ਜੋ ਵੀ ਇਹਦਾ ਪ੍ਰੋਪਰ ਹੈਗਾ ਵੇ ਹੈਗਾ ਉਸ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ। ਜੇ ਇਹਨਾਂ ਨੇ ਗੱਲ ਚੁੱਕੀ ਹੈ ਤੇ ਇਹ ਇਕੱਲੇ ਆਪਣਾ ਦਿੱਲੀ ਸਿਵਲ ਪ੍ਰਬੰਧਕ ਕਮੇਟੀ ਨੂੰ ਗੱਲ ਚੱਕਣ ਦਾ ਨਹੀਂ ਹੈਗਾ, ਪੂਰੀ ਦਿੱਲੀ ਵਾਸੀਆਂ ਨੂੰ ਉੱਠ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਤੁਹਾਡੀ ਸਰਕਾਰ ਆਏਗੀ ਇਨਸਾਫ ਦੀ ਮੰਗ ਲਈ ਅੱਗੇ, ਇਸ ਪਰਿਵਾਰ ਦੀ ਮਦਦ ਕਰੇਗੀ, ਬਾਹ ਫੜੇਗੀ। ਬਿਲਕੁਲ ਅੱਜ ਆਪਣਾ ਗੁਰਵੀਰ ਦੀ ਸਿਸਟਰ ਜੀ ਆਪਣਾ ਆਏ ਸੀਗੇ, ਸੀਐਮ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਆਪਣਾ ਸਾਨੂੰ ਸੀਬੀਆਈ ਦੀ ਜਾਂਚ ਚਾਹੀਦੀ ਹੈ, ਪਰ ਉਹ ਜਿਹੜੀ ਸੀਬੀਆਈ ਆ ਸੈਂਟਰਲ ਗਵਰਨਮੈਂਟ ਕੋ ਹੈ, ਪਰ ਫਿਰ ਵੀ ਉਹਨਾਂ ਨੇ ਕਿਹਾ ਸੀ ਜੋ ਸਾਡੇ ਤੋਂ ਬਣੇਗਾ ਅਸੀਂ ਤੁਹਾਡੇ ਲਈ ਕਰਨ ਨੂੰ ਤਿਆਰ ਹਾਂ। ਕੀ ਕਰ ਸਕਦੀ ਹੈ ਦਿੱਲੀ ਸਰਕਾਰ, ਕੀ ਹੈਲਪ ਕਰ ਸਕਦੀ ਪਰਿਵਾਰ ਦੀ? ਮੈਂ ਜਾਣਨਾ ਚਾਹੁੰਦਾ ਤੁਸੀਂ ਕੰਕਰੀਟ ਕੁਝ ਕਹਿ ਸਕਦੇ ਹੋ ਅੱਜ ਵੀ ਸਰਕਾਰ ਇਹ ਹੈਲਪ ਕਰੇਗੀ ਇਸ ਪਰਿਵਾਰ ਦੀ? ਬਿਲਕੁਲ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਔਰ ਆਪਣਾ ਕਿਹਾ ਬਿਲਕੁਲ ਜੋ ਕਹਿੰਦੀ ਹੈ ਨਾ ਸਰਕਾਰ ਉਹ ਕਰਦੀ ਹੈ। ਕਿਸ ਤਰ੍ਹਾਂ ਦੀ ਹੈਲਪ ਤੁਸੀਂ ਕਰ ਸਕਦੇ? ਉਹਨਾਂ ਨੇ ਕਿਹਾ ਤੁਹਾਨੂੰ ਅਗਰ ਵਕੀਲ ਚਾਹੀਦਾ, ਵੱਡਾ ਜਿਹੜਾ ਵਕੀਲ ਹੋਏਗਾ, ਜੋ ਤੁਹਾਡੀ ਪਸੰਦ ਦਾ ਵਕੀਲ ਹੋਏਗਾ ਉਹ ਵਕੀਲ ਕਰਕੇ ਦਿੱਤਾ ਜਾਏਗਾ। ਜੋ ਵੀ ਮਤਲਬ ਐਫਰਟਸ ਕਰਨੇ ਹੋਣਗੇ ਜੋ ਇੱਕ ਕਾਨੂੰਨ ਦੇ ਤਹਿਤ ਆਪਾਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ, ਉਹ ਸਾਡੇ ਅੱਜ ਅਰਵਿੰਦ ਜੀ ਨਾਲ ਮਿਲੇ ਸੀਗੇ, ਉਹਨਾਂ ਨੂੰ ਆਪਣਾ ਉੱਥੇ ਗੱਲ ਹੋਈ ਹੈ ਕਿ ਜੋ ਵੀ ਐਫਰਟਸ ਹੋਣਗੇ ਕਰਾਂਗੇ ਆਪਾਂ। ਅਜੇ ਜਦ ਤੱਕ ਚਾਰਜ ਸ਼ੀਟ ਦਾਖਲ ਨਹੀਂ ਹੁੰਦੀ ਇਹਨਾਂ ਦੀ ਤਦ ਤੱਕ ਮੇਰਾ ਖਿਆਲ ਅਜੇ ਅੱਗੇ ਕੋਈ ਕੰਮ ਵਧਣਾ 2-3 ਮਹੀਨੇ ਦਾ ਨਿਕਲ ਜਾਣੇ ਨੇ। ਤੇ ਉਸ ਤੋਂ ਜੋ ਵੀ ਅੱਜ ਲੈਟਰ ਲਿਖ ਕੇ ਦਿੱਤਾ ਇਹਨਾਂ ਨੇ, ਜੋ ਤੁਹਾਡੀ ਡਿਮਾਂਡ ਹੈਗੀ ਸਾਨੂੰ ਦੱਸੋ ਕੀ ਆਪਾਂ ਕਰ ਸਕਦੇ ਹਾਂ ਤੁਹਾਡੇ ਵਾਸਤੇ। ਜੋ ਸਾਨੂੰ ਲੱਗਦਾ ਕਿ ਚਾਹੀਦਾ ਇਹ ਹੈ ਕਿ ਜੇ ਪਰਿਵਾਰ ਇੱਕ ਪੀੜਤ ਪਰਿਵਾਰ ਹੈ, ਇੱਕ ਵਾਰ ਅਪਰੋਚ ਕਰ ਰਿਹਾ ਹੈ ਤਾਂ ਉਸ ਤੋਂ ਬਾਅਦ ਦੁਬਾਰਾ ਉਸ ਨੂੰ ਆਉਣਾ ਨਾ ਪਵੇ ਮਦਦ ਲਈ, ਮੰਗਣਾ ਨਾ ਪਵੇ। ਇਹ ਨਾ ਹੋਵੇ ਕਿ ਵਾਰ-ਵਾਰ ਚੱਕਰ ਕੱਟਦਾ ਰਹੇ ਪਰਿਵਾਰ। ਬਿਲਕੁਲ ਇਹ ਸਰਕਾਰ ਬਕਾਇਦਾ ਤੁਹਾਨੂੰ ਪਤਾ ਇਸ ਚੀਜ਼ ਦਾ ਸਾਰਾ ਕਿ ਦਿੱਲੀ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਗਰੀਬਾਂ ਦੇ ਹੱਕਾਂ ਵਾਸਤੇ ਕਰ ਰਹੀ ਹੈ, ਔਰ ਜੋ ਐਜੂਕੇਸ਼ਨ ਹੋਏ ਚਾਹੇ ਆਪਣਾ ਹੈਲਥ ਹੋ ਜਾਏ ਹਰ ਜਗ੍ਹਾ ਆਪਣਾ ਡਟ ਕੇ ਕੰਮ ਕਰ ਰਹੀ ਹੈ। ਇਹ ਬਿਲਕੁਲ ਸਾਹਮਣੇ ਗੱਲ ਹੈਗੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜੋ ਕਹਿ ਰਹੇ ਹੋ ਸੱਚਮੁੱਚ ਕਰੋ, ਸੱਚ ਹੋਏਗਾ ਔਰ ਅਸੀਂ ਨਾਲ ਖੜੇ ਹਾਂ, ਡਟ ਕੇ ਖੜੇ ਹਾਂ, ਕੋਈ ਦਿੱਕਤ ਨਹੀਂ। ਵਾਰ-ਵਾਰ ਧਰਮ ਨਾਲ ਜੁੜਿਆ ਜਾਂਦਾ, ਇਹ ਸਾਨੂੰ ਕਿਤੇ ਗਲਤ ਲੱਗਦਾ। ਓਮਕਾਰ ਸਿੰਘ ਜੀ, ਅਸੀਂ ਜੋ ਤੁਹਾਡਾ ਵੀ ਹੁਣ ਤੱਕ ਵੀ ਰੋਲ ਜੋ ਉੱਥੇ ਦੇਖਿਆ, ਤੁਸੀਂ ਪੂਰੀ ਸਮਾਜਿਕ ਜਿਹੜੀ ਆ ਉਸ ਵਿੱਚ ਵਿਚਰਦੇ ਰਹੇ ਹੋ, ਕਿਸੇ ਧਰਮ ਦੇ ਦਾਇਰੇ ਤੋਂ ਬਾਹਰ ਜਾ ਕੇ ਤੁਸੀਂ ਜੋ ਤੁਹਾਡੇ ਪਿੰਡ ਵਿੱਚ ਸੀ ਜੋ ਰਾਮਲੀਲਾ ਕਰਾਉਣੀ ਹੋਵੇ, ਕਿਸੇ ਵੀ ਧਰਮ ਦਾ ਕੋਈ ਪ੍ਰੋਗਰਾਮ ਹੋਵੇ, ਤੁਸੀਂ ਹਮੇਸ਼ਾ ਮੂਹਰੇ ਰਹੇ ਹੋ। ਅੱਜ ਅਸੀਂ ਇਸੇ ਕਰਕੇ ਮੰਗ ਕਰ ਰਹੇ ਹਾਂ ਕਿ ਧਰਮ ਤੋਂ ਉੱਪਰ ਉੱਠ ਕੇ ਇਸ ਚੀਜ਼ ਨੂੰ ਦੇਖਿਆ ਜਾਵੇ, ਇਨਸਾਫ ਦੇ ਲਈ ਦੇਖਿਆ ਜਾਵੇ। ਓਮਕਾਰ ਉਹਨਾਂ ਨਾਲ ਇੱਕ ਮੈਂ ਗੱਲ ਕਹਿਣਾ ਚਾਹਾਂਗਾ, ਇਹਦੇ ਵਿੱਚ ਦਿੱਲੀ ਵਾਸੀਆਂ ਨੂੰ ਸੋਚਣਾ ਚਾਹੀਦਾ। ਅੱਜ ਇੱਕ ਸਿੱਖ ਨਾਲ ਹੋਈ ਹੈ, ਕੱਲ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ। ਦਿੱਲੀ ਦੇ ਵਾਸੀਆਂ ਨੂੰ ਉੱਠ ਕੇ ਆਉਣਾ ਚਾਹੀਦਾ, ਆਵਾਜ਼ ਚੁੱਕਣਾ ਸੀ। ਸਾਨੂੰ ਨਿਰਭਇਆ ਦੇ ਉਹਦੇ ਵਿੱਚ ਆਏ ਸੀ, ਪੂਰੀ ਹਿੰਦੁਸਤਾਨ ਉੱਠ ਕੇ ਆ ਗਿਆ ਸੀਗਾ।
ਜਦੋਂ ਕੋਈ ਇਦਾਂ ਦਾ ਇੱਕ ਇਹੋ ਜਿਹਾ ਜਿਹਦੇ ਵਾਸਤੇ ਸਰਕਾਰ ਮਨਾ ਕਰਦੀ ਹੈ ਕਿ ਨਸ਼ਾ ਕਰਨਾ ਜਾਂ ਆਪਣਾ ਨੋ ਸਮੋਕਿੰਗ ਕਰਨੀ, ਉਹਦੇ ਉੱਤੇ ਆ ਕੇ ਹਿੱਟ ਕਰਕੇ ਉਹਨੂੰ ਮਾਰਨਾ, ਅੱਜ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਚਿਰਾਗ ਬੁਝ ਗਿਆ। ਤੇ ਮੇਰਾ ਖਿਆਲ ਇਸ ਤੋਂ ਵੱਡੀ ਕੋਈ ਮੱਧਭਾਗੀ ਘਟਨਾ ਹੋ ਨਹੀਂ ਸਕਦੀ। ਜਿਹੜਾ ਅੱਜ ਜਿਸ ਤਰ੍ਹਾਂ ਜੋ ਹਾਲਾਤ ਨੇ ਇਹਨਾਂ ਦੇ ਘਰ ਦੇ, ਜੋ ਆਪਣਾ ਇਹਨਾਂ ਦੇ ਫਾਦਰ ਗੱਲ ਨਹੀਂ ਕਰ ਪਾ ਰਹੇ ਸੀਗੇ, ਸੋ ਸਾਨੂੰ ਉੱਠ ਕੇ ਆਉਣਾ ਚਾਹੀਦਾ, ਇਹਦੇ ਵਾਸਤੇ ਪੂਰੇ ਸਮਾਜ ਨੂੰ ਉੱਠਣਾ ਚਾਹੀਦਾ, ਨਾ ਕਿ ਇੱਕ ਕਮਿਊਨਿਟੀ ਦੀ ਗੱਲ ਹੋਵੇ, ਤਾਂ ਕਿ ਸਾਨੂੰ ਹੈਲਪ ਦੀ ਗੱਲ ਕਰ ਰਹੇ ਹਾਂ ਜੀਕੇ ਜੀ, ਜੋ ਕੰਕਰੀਟ ਹੈਲਪ ਦੀ ਗੱਲ ਹੁੰਦੀ ਹੈ, ਕਿਸ ਤਰ੍ਹਾਂ ਦੀ ਹੈਲਪ ਪਰਿਵਾਰ ਨੂੰ ਚਾਹੀਦੀ ਹੈ? ਤੁਹਾਡੇ ਵੱਲੋਂ ਕੀ ਹੈਲਪ ਜਿਹੜੀ ਹੈ ਕੀਤੀ ਜਾ ਰਹੀ ਹੈ? ਦੇਖੋ ਅੱਜ ਇਹਨਾਂ ਨੂੰ ਮੈਂ ਸਵੇਰੇ ਮੇਰੇ ਕੋਲ ਆਏ ਸੀਗੇ ਔਰ ਜੋ ਲੀਗਲ ਟੀਮ ਹੈ ਅਸੀਂ ਇਹਨਾਂ ਦੇ ਨਾਲ ਪੂਰੀ ਲਗਾ ਦਿੱਤੀ ਹੈ ਔਰ ਹਰ ਚੀਜ਼ ਦਾ ਜੋ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ ਉਹ ਦਿੱਲੀ ਕਮੇਟੀ ਨੇ ਚੁੱਕੀ। ਇਹਨਾਂ ਤੇ ਕਿਸੇ ਕਿਸਮ ਦਾ ਫਾਈਨੈਂਸ਼ੀਅਲ ਬਰਡਨ ਨਹੀਂ ਰਹਿਣ ਦਿੱਤਾ ਜਾਏਗਾ ਔਰ ਦਿੱਲੀ ਕਮੇਟੀ ਵੱਲੋਂ, ਕਿਉਂਕਿ ਅਸੀਂ ਸਰਕਾਰ ਨਹੀਂ ਆ, ਮੈਂ 5 ਲੱਖ ਰੁਪਏ ਦੀ ਇਹਨਾਂ ਨੂੰ ਮਾਲੀ ਮਦਦ ਦਾ ਵੀ ਫੈਸਲਾ, ਮੇਰੀ ਅੱਜ ਟੀਮ ਨੇ, ਅਸੀਂ ਅੱਜ ਸੀਨੀਅਰ ਮੈਂਬਰ ਬੈਠੇ ਸੀ, ਜਨਰਲ ਸੈਕਟਰੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਜੁਆਇੰਟ ਸੈਕਟਰੀ, ਅਸੀਂ 5 ਨੇ ਮਿਲ ਕੇ ਫੈਸਲਾ ਕੀਤਾ ਕਿ 5 ਲੱਖ ਰੁਪਏ ਦੀ ਅਸੀਂ ਰਾਸ਼ੀ ਵੀ ਇਹਨਾਂ ਨੂੰ ਚੈੱਕ ਦੇਵਾਂਗੇ ਇਹਨਾਂ ਦੇ ਨਾਂ ਦੇ ਉੱਤੇ। ਲੇਕਿਨ ਮੈਂ ਸਮਝਦਾ ਵਾਂ ਕਿ ਦਿੱਲੀ ਸਰਕਾਰ ਨੂੰ ਜ਼ਰੂਰ ਕੰਪਨਸੇਸ਼ਨ ਇਹਨਾਂ ਨੂੰ ਦੇਣੀ ਚਾਹੀਦੀ ਹੈ। ਆਖਰ ਇਹ ਲੜਾਈ ਜਿਹੜੀ ਸੀ ਇਹ ਸਰਕਾਰ ਦੀ ਲੜਾਈ ਲੜੀ ਹੈ। ਨਸ਼ਾਬੰਦੀ, ਧੂਆਂ ਰੋਕਣਾ, ਸਿਗਰਟ ਪੀਣਾ ਮਨਾ ਕਰਨਾ ਇਹ ਸਰਕਾਰ ਦਾ ਕੰਮ ਹੈ, ਉਹ ਭਾਵੇਂ ਸੈਂਟਰ ਦੀ ਹੈ ਤੇ ਭਾਵੇਂ ਸਟੇਟ ਦੀ ਹੈ। ਮੈਂ ਸਮਝਦਾ ਇਹ ਦੋਵਾਂ ਸਰਕਾਰਾਂ ਨੂੰ ਇਹਨਾਂ ਨੂੰ ਜ਼ਰੂਰ ਮੁਆਵਜ਼ਾ ਦੇਣਾ ਚਾਹੀਦਾ। ਔਰ ਉਹਦੀ ਸੈਕੰਡਲੀ ਤੁਸੀਂ ਗੁਰਪ੍ਰੀਤ ਜਿਹੜਾ ਹੈ, ਮੈਂ ਸਮਝਦਾ ਕਿ ਇਹਦੀ ਜਿਹੜੀ ਡੈਥ ਹੋਈ ਹੈ ਉਹਦਾ ਲਾਭ ਇਹ ਹੋਣਾ ਚਾਹੀਦਾ ਕਿ ਅੱਜ ਤੋਂ ਬਾਅਦ ਕਿਸੇ ਹੋਰ ਦੀ, ਜੋ ਉਹਨਾਂ ਦੇ ਪਿਤਾ ਦੇ ਫੀਲਿੰਗਸ ਨੇ, ਕਿ ਅੱਜ ਤੋਂ ਬਾਅਦ ਕਿਸੇ ਹੋਰ ਦੇ ਘਰ ਤੋਂ ਇਹ ਅਰਥੀ ਨਾ ਚੁੱਕੀ ਜਾਵੇ। ਮੈਂ ਸਮਝਦਾ ਵਾਂ ਕਿ ਇਹ ਮੌਤ ਨੂੰ ਐਵੇਂ ਨਹੀਂ ਜਾਣ ਦੇਣਾ ਚਾਹੀਦਾ। ਇਹ ਸਾਰੇ, ਜਿਵੇਂ ਅਵਤਾਰ ਸਿੰਘ ਹੋਰਾਂ ਨੇ ਕਿਹਾ, ਇਹ ਦੇਸ਼ ਦੀ ਜ਼ਿੰਮੇਵਾਰੀ ਹੈ, ਇਹ ਪੂਰੀ, ਇਹਦੇ 'ਚ ਕੋਈ ਪੋਲੀਟੀਕਲ ਗੱਲ ਨਹੀਂ ਮੈਂ ਕਰਦਾ ਪਿਆ। ਮੈਂ ਸਮਝਦਾ ਸਾਰੇ ਸ਼ਹਿਰ ਦੀ ਜ਼ਿੰਮੇਵਾਰੀ ਹੈ। ਅੱਜ ਹਾਂ, ਇਹ ਮੈਂ ਕਹਿ ਸਕਦਾ ਵਾਂ ਕਿ ਇਹ ਇੱਕ ਮੂਵਮੈਂਟ ਐਸੀ ਚੱਲੀ ਹੈ ਕਿ ਮੇਰੇ ਕੋਲ WhatsApp ਤੇ ਹੋਣ, ਜਿਹੜੇ ਲੋਕਾਂ ਦੇ ਫੋਨ ਹੋਣ, ਦੂਜੇ ਧਰਮਾਂ ਦੇ ਲੋਕ ਹੋਣ, ਅੱਜ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਸਾਡੇ ਨਾਲ ਧਰਮਾਂ ਦੇ ਵਿੱਚ, ਧਰਨਿਆਂ ਦੇ ਵਿੱਚ। ਮੈਂ ਸਮਝਦਾ ਕਿ ਉਹਨਾਂ ਨੂੰ ਵੀ ਦਰਦ ਹੈਗਾ, ਕਿਉਂਕਿ ਅੱਜ ਇਹ ਮੇਰੇ ਨਾਲ ਹੋਇਆ, ਕੱਲ ਨੂੰ ਕਿਸੇ ਨਾਲ ਹੋ ਸਕਦਾ। ਸੋ ਇਹ ਰੁਕਣਾ ਚਾਹੀਦਾ, ਹਰ ਹਾਲਤ 'ਚ ਰੁਕਣਾ ਚਾਹੀਦਾ। ਅਨੁਰਾਗ ਜੀ, ਜਿਹੜੀ ਅਸੀਂ ਰੋਡ ਸੇਫਟੀ ਦੀ ਗੱਲ ਵਾਰ-ਵਾਰ ਕਰਦੇ ਹਾਂ, ਤੁਹਾਡੀ ਸੰਸਥਾ ਵੀ ਕੰਮ ਕਰ ਰਹੀ ਹੈ, ਆਮ ਤੌਰ ਤੇ ਕੀ ਪ੍ਰੋਬਲਮਸ ਤੁਸੀਂ ਦੇਖਦੇ ਹੋ ਤੇ ਉਹ ਕੀ ਹੱਲ ਤੁਸੀਂ ਉਸ ਦਾ ਦੇਖਦੇ ਹੋ? ਹੋਣਾ ਕੀ ਚਾਹੀਦਾ ਹੈ? ਕੀ ਸਟੈਪਸ ਜਿਹੜੇ ਅਸੀਂ ਦੇ ਸਕਦੇ ਹਾਂ ਸਰਕਾਰ ਨੂੰ कि वो करन ताकि रोड सेफ मनिया जान? एक्चुअली रोड सेफ्टी के केस में और सड़क पर जितनी भी दुर्घटनाएं होती हैं उनमें गवर्नमेंट का जो और पुलिस का रोल बहुत अहम होता है। गवर्नमेंट के पास पॉलिसी होनी चाहिए, एनफोर्समेंट के पास एनफोर्समेंट को पूरा करने की ताकत होनी चाहिए। हमारे देश में पॉलिटिकल विल, सड़क दुर्घटनाओं पर या सड़क के ऊपर कोई एक्सीडेंट होता है, पॉलिटिकल विल जीरो है। इन्फोर्समेंट के नाम पर ट्रैफिक मैनेजमेंट जीरो है, जिस पर अभी तक कोई भी एक्सपर्ट इंडिया में नहीं है पूरे में। सबसे बड़ी बात, जब वहां पर कोई एक्सीडेंट होता है, एक्सीडेंट की वजह क्या है? कितने लोगों को हम ऐसे अपने लोगों को खो देते हैं। जैसे मैंने पहले भी बताया कि रेडी पटरी बिल पर जी असीं ये चीज़ देखते हैं, इस स्पैसीफिक केस की गल करिए, इत्थे एक शख्स नशे की हालत च इन्ना ज़्यादा इन्फ्लुएंस्ड हो गया कि उसने जानबूझ के ये चीज़ मारी। ये भी तो हो रहा है, ये किस तरह रुक सकता है? ये कोल्ड ब्लडेड मर्डर है, जानबूझकर किया गया पूरा अपराध। जब तक ये सारे काम नहीं रुक सकते, जब तक कि सरकार और पुलिस इसके ऊपर कानून नहीं लेकर आएंगे, अच्छा सा पॉलिसीज नहीं लेके आएंगे और उनका इम्प्लीमेंटेशन जमीनी लेवल पर किया नहीं जाएगा। ਸਾਨੂੰ ਤਾਂ ਲੱਗਦਾ ਵੀ ਜਿਹੜੇ ਹੈਗੇ ਕਾਨੂੰਨ ਜੇ ਉਹੀ ਸਹੀ ਤਰ੍ਹਾਂ लागू हो जाए तो शायद काफी हद तक जब कानून ऑलरेडी बना हुआ है कि आपका सड़क पर जी। एक मिनट ब्रेक ਲਈ ਰੁਕਣਾ ਪੈ ਰਿਹਾ, ਹੁਣੇ ਵਾਪਸ ਆਉਂਦੇ ਆ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਸਾਹਮਣੇ ਆਉਣੀਆਂ ਬਾਕੀ ਨੇ, ਬਹੁਤ ਸਾਰੇ ਜਿਹੜੇ ਸਾਡੇ ਗੈਸਟ ਨੇ ਬਹੁਤ ਕੁਝ ਕਹਿਣਾ ਚਾਹੁੰਦੇ ਨੇ। ਛੋਟਾ ਬ੍ਰੇਕ, ਅਸੀਂ ਹੁਣੇ ਵਾਪਸ ਆਵਾਂਗੇ। ब्रेक तो बाद स्वागत है। असी गल कर रहे हैं गुरप्रीत नूं इंसाफ की मंग की, लगातार असी चर्चा कर रहे हैं की वजह रही है तो की हल होने चाहिए। असी रोड सेफ्टी की भी गल कर रहे थे। मनजीत सिंह जी के जी इस कुछ कहना चाहते जी जे के साहब? देखो, जिवें कुलशेष जी ने गल की है कि कानून सख्त होने चाहिए, मैं समझदा कानून बन जाते हैं, इंप्लीमेंट करने वाले जो कोताही करन लग जान, उदों वो कानून की कोई वैल्यू नहीं रह जाती। बिल्कुल, वो एक लॉयर ही सी ਜਿਹੜਾ ਲਾਇਰ ਸੀਗਾ, सब कुछ ਕੀਤਾ। मैं समझदा कि अगर इसे केस ਨੂੰ ਹੀ ਅਸੀਂ ਟੈਸਟ ਕੇਸ ਕਰ ਲਈਏ, ਅਗਰ ਇਸ ਨੂੰ ਜੋ ਬਣਦੀ ਸਜ਼ਾ ਜੋ ਧਾਰਾਵਾਂ ਲੱਗੀਆਂ ਨੇ
ਅਗਰ ਇਸ ਨੂੰ ਸਜ਼ਾ ਹੋ ਜਾਏਗੀ मेरा ख्याल है आने वाले समय च कई घर बच सकते हैं। बलविंदर जी मैं एक ऐड ऑन करूंगा यहाँ पर। जी 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 अनुराग जी, आपके जो है दबाव के कारण वो केस को फिर बदला गया और फिर धाराएं अलग से लगाई गई। आज अगर जिस ऑफिसर ने उस केस को इन्वेस्टिगेट किया था और उसने गलत धाराएं वहां पर लगाई थी, उसको सस्पेंड क्यों नहीं किया जाता? उसको सजा दो। आगे से किसी ऑफिसर को बिना इन्वेस्टिगेशन के कोई कानून की धारा नहीं लगाएगा। और ये एग्जाम्पल होगा, हमारे देश में सबसे बड़ी कमी जो है अकाउंटेबिलिटी। पुलिस डिपार्टमेंट अकाउंटेबल है ही नहीं, कोई सी धारा लगा दे, कोई सा कानून बना दे, कुछ भी कर दे। अकाउंटेबिलिटी जब तक इनके ऊपर नहीं आएगी और ऐसे इन्वेस्टिगेशन ऑफिसर सस्पेंड नहीं किए जाएंगे तब तक ये दारू रहेगा। दबाव बनाया जा सकता ਤੁਹਾਡੇ ਵੱਲੋਂ ਕਿ ਜੋ ਗਲਤ ਹੋਇਆ ਉਸ ਨੂੰ ਉਸ ਦੇ ਉੱਪਰ ਤਾਂ ਘੱਟੋ ਘੱਟ ਕਾਰਵਾਈ ਹੋਵੇ। ਬਿਲਕੁਲ ਸੀਐਮ ਸਾਹਿਬ ਨਾਲ ਗੱਲ ਹੋਈ ਸੀ ਵੀ ਇੱਥੇ ਦਬਾਅ ਬਣਾਉਣਾ, ਕਹਿੰਦੇ ਜੀ ਆਪਾਂ ਕਰਦੇ ਹਾਂ ਇਹਨੂੰ। ਅੱਜ ਇਹਨਾਂ ਕੋਲ ਲੈਟਰ ਲੈ ਲਿਆ, ਇਹਨਾਂ ਸਾਈਨ ਕਰ ਰਹੇ ਸੀ ਮੇਰੇ ਖਿਆਲ ਇਹ ਉੱਥੇ ਆਪਣਾ, ਤੇ ਉਸ ਤੋਂ ਬਾਅਦ ਹੁਣ ਅਸੀਂ ਆਪਣੀ ਕਾਰਵਾਈ ਕਰਾਂਗੇ ਆਪਣਾ ਮਿਲ ਕੇ ਉਹਨਾਂ ਦੇ ਨਾਲ ਵੀ ਇਹਦੇ ਦਬਾਅ ਬਣਾਇਆ ਜਾਏ। ਉਸ ਨੂੰ ਵਾਕਿਆ 'ਚ ਇਹਨਾਂ ਨੇ ਜੋ ਗੱਲ ਕੀਤੀ ਹੈ ਐਨਜੀਓ ਦਾ ਆਪਣਾ ਧੰਨਵਾਦ ਕਰਦਾ, ਇਹ ਵੀ ਆਏ ਨੇ ਇੱਥੇ, ਤੇ ਉਹਦੇ ਤੇ ਜੋ ਵੀ ਐਕਸ਼ਨ ਲੈਣਾ ਹੈ ਉਹ ਆਪਾਂ ਜੀ ਜੀ हाँ गल यह है कि जिहड़ी गल इन्हों ने कही है, देखो अज साडा धरने का काम पुलिस हैडकुआटर क्यों सीगा? सानू कई सवाल करते जी असी बीजेपी के सहयोगी हाँ, असी बीजेपी के सहयोगी जरूर हाँ, लेकिन जिथे इंसाफ की गल है उत्थे कोई पार्टी पॉलिटिक्स नहीं हो सकता। अज पुलिस हैडकुआटर से धरना तां मारिया जिहड़ी गल कुलश्रेष्ठ जी ने कही, नंबर 1 कि उन्हां जिहड़े गलत अफसर ने उन्हां ते एक्शन होने चाहिए। दूजी गल ਜਿਹੜੀਆਂ ਧਰਾਵਾਂ ਲੱਗੀਆਂ ਨੇ ਉਸ ਧਰਾਵਾਂ 'ਚ ਅਗਰ ਇਸ ਵਕੀਲ ਨੂੰ ਸਜ਼ਾ, ਕਿਉਂਕਿ ਵਕੀਲ ਨੂੰ ਤੇ ਸਾਰੇ ਕਾਨੂੰਨ ਪਤਾ ਨੇ, ਉਹਨੇ ਜੋ ਕੀਤਾ ਸੋਚੀ ਸਮਝੀ ਸਾਜ਼ਿਸ਼ ਕੀਤਾ, ਕਾਤਲ ਹੈ, ਉਸ ਨੂੰ ਪਤਾ ਸੀ ਕਿਹੜੀ ਧਾਰਾ ਲੱਗ ਕੇ ਮੈਂ ਬਚ ਸਕਦਾ ਵਾਂ, ਉਸ ਨੂੰ ਉਹ ਸਜ਼ਾ ਮਿਲ ਜਵੇ। ਇਹ ਮੈਂ ਸਮਝਦਾ ਇੱਕ ਐਗਜ਼ਾਮਪਲ ਸੈੱਟ ਹੋਏਗਾ। ਔਰ ਸਜ਼ਾ ਇਹ ਨਹੀਂ ਅੱਜ ਤੋਂ 20 ਸਾਲ ਬਾਅਦ ਮਿਲੇ, ਇਹ ਸਮਰੀ ਟ੍ਰਾਇਲ ਹੋਣਾ ਚਾਹੀਦਾ। ਅਗਲੀ ਗੱਲ ਜਿਹੜੀ ਕੁਲਸ਼ੇਸ਼ ਜੀ ਨੇ ਕਹੀ ਹੈ ਬਿਲਕੁਲ ਠੀਕ ਹੈ, ਇਹ ਤੁਹਾਡੇ ਸਾਹਮਣੇ ਗਵਾਹ ਬੈਠੇ ਨੇ ਕਿ ਥਾਣੇ ਜਾਂਦੇ ਨੇ, एडा वड्डा कतल हो जाए, इन्होंने कहते जी समझौता कर लो, तुहानूं कंपनसेशन मिल जाएगी। मैं तुहानूं एक केस कोट करदा, मैं वो केस पढ़िया सीगा 1967 की गल है कि अमेरिका दे विच कतल होया, एक रोड एक्सीडेंट होया और रोड एक्सीडेंट दे विच गलत बंदे फड़े गए। जदों गलत बंदे फड़े गए उहदे टायरां दे निशान जिहड़े सीगे, जदों इन्वेस्टिगेशन करन वाले आए और ਜਿਹੜੇ ਬੰਦੇ ਫੜੇ ਗਏ ਸੀਗੇ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਉਹ ਬਚ ਸਕਦੇ ਨੇ, ਲੇਕਿਨ ਉਹਦੇ ਟਾਇਰ ਔਰ ਉਸ ਗੱਡੀ ਦੇ ਟਾਇਰ ਮਿਲਦੇ ਸੀਗੇ ਜਿਹਦੇ ਨਾਲ ਕੋਈ ਕਨਫਿਊਜ਼ਨ ਪੈ ਰਿਹਾ ਸੀਗਾ। ਲੇਕਿਨ ਜਦੋਂ ਐਕਸਪਰਟ ਆਏ, ਐਕਸਪਰਟ ਨੇ ਜਦੋਂ ਟਾਇਰਾਂ ਦੇ ਨਿਸ਼ਾਨ ਦੇਖੇ, ਉਹ ਕਹਿੰਦੇ ਇਹ ਜਿਹੜੇ ਨਿਸ਼ਾਨ ਹੈਗੇ ਨੇ ਇਹ ਉਸ ਗੱਡੀ ਦੇ ਨਿਸ਼ਾਨ ਨੇ ਜਿਹਦਾ ਸਿੰਗਲ ਐਕਸਲ ਹੈ। ਜਿਹੜਾ ਇਸ ਸ਼ਖਸ ਦੀ ਗੱਡੀ ਜਿਹਨੂੰ ਤੁਸੀਂ ਫੜ ਕੇ ਬੈਠੇ ਹੋ ਉਸ ਵੇਲੇ ਸਪਲਿਟ ਐਕਸਲ ਬਣ ਚੁੱਕਾ ਸੀਗਾ। ਮਤਲਬ ਐਕਸਪਰਟ ਜਿਹੜੇ ਸੀ ਉਹਨਾਂ ਨੇ ਟੈਕਨੀਕਲ ਗਰਾਊਂਡਸ ਦੇ ਉੱਤੇ ਉਹ ਮੁਕੱਦਮੇ ਦਾ ਫੈਸਲਾ ਕਰਾਇਆ, ਤੁਸੀਂ ਗਲਤ ਬੰਦਾ ਫੜ ਲਿਆ, ਬੰਦਾ ਕੋਈ ਹੋਰ ਹੈਗਾ, ਇਹਨਾਂ ਦੀ ਗੱਡੀ ਦਾ ਸਪਲਿਟ ਐਕਸਲ ਨਹੀਂ ਹੈਗਾ। ਮੈਂ ਸਮਝਦਾ ਜੋ ਕੁਲਸ਼ੇਸ਼ ਜੀ ਨੇ ਗੱਲ ਕੀਤੀ ਹੈ ਇਹ ਸਾਡੇ ਵਾਸਤੇ ਵੀ ਨੌਲੇਜ ਹੈ ਕਿ ਸਾਡੇ ਥਾਣੇ ਦੇ ਵਿੱਚ, ਹਿੰਦੁਸਤਾਨ ਦੇ ਕਿਸੇ ਥਾਣੇ ਦੇ ਵਿੱਚ ਕੋਈ ਐਕਸਪਰਟ ਹੈ ਨਹੀਂਗਾ। ਅਗਰ ਐਕਸੀਡੈਂਟ ਹੋ ਜਾਵੇ ਕਿੱਦਾਂ ਉਸ ਦਾ ਫੈਸਲਾ ਹੋ ਸਕਦਾ ਕਿ ਕਿੱਦਾਂ ਹੋਇਆ? अपनी सरकार के पास अभी तक कोई एक डिपार्टमेंट भी नहीं है, न कोई एजुकेशन सेंटर है यहाँ पर इंडिया में जो इन्वेस्टिगेशन के ऊपर कुछ काम कर पाए, एक्सपर्ट के ऊपर। बलविंदर सिंह जी मैं एक गल कहना चाहांगा, ਸਾਡੀ ਸਰਕਾਰ ਤਾਂ ਫੇਲ ਹੋ ਹੀ ਰਹੀ ਹੈ। ਇਹਨਾਂ ਨੇ ਕਿਹਾ ਕਿ ਬੜੀ ਅੱਛੀ ਗੱਲ ਹੈ ਕਿ ਸਹਿਯੋਗੀ ਨੇ ਉਹਨਾਂ ਦੇ, ਪਰ ਸਾਡੇ ਕੋਲ ਸੁਪਰੀਮ ਵੀ ਬੈਠਾ ਆਪਣਾ ਗੁਰੂ ਗ੍ਰੰਥ ਸਾਹਿਬ, ਜਿੱਥੇ ਆਪਾਂ, ਕਿਉਂਕਿ ਅਗਰ ਗੱਲ ਕਰੀਏ ਕਿ ਜੇ ਗਊ ਹੱਤਿਆ ਹੋ ਰਹੀ ਹੈ ਉੱਥੇ ਬੇਇਨਸਾਫੀ ਹੋ ਰਹੀ ਹੈ, ਸਰਕਾਰ ਕੀ ਕਰ ਰਹੀ ਹੈ? ਕੋਈ ਐਕਸ਼ਨ ਹੀ ਨਹੀਂ ਹੈਗਾ ਕਿਤੇ ਵੀ। ਜਿੱਦੋਂ ਮਰਜ਼ੀ ਚੁੱਕ ਕੇ ਕੋਈ ਮਾਰੀ ਜਾ ਰਿਹਾ, ਕੁੱਟ ਰਿਹਾ, बुरा हाल कर। ਅਸੀਂ ਪੋਲੀਟੀਕਲ ਨਾ ਹੀ ਰੱਖੀਏ, ਇਹਨਾਂ ਨੇ ਸਹਿਯੋਗ ਦੀ ਗੱਲ ਕੀਤੀ ਹੈ, ਸਾਨੂੰ ਉੱਥੇ ਸਹਿਯੋਗ ਕਰਨਾ ਚਾਹੀਦਾ ਧਰਮ ਸੈਂਟਰਿਕ ਰੱਖੀਏ, ਨਾ ਪੋਲੀਟੀਕਲ ਤੁਹਾਡੀ ਗੱਲ ਰੱਖੀਏ। ਮੇਰੀ ਬੇਨਤੀ ਹੈ ਨਾ ਹੀ ਤੁਰੀਏ ਤਾਂ ਸਹਿਯੋਗ ਦੀ ਗੱਲ ਕੀਤੀ ਹੈ, ਸਹਿਯੋਗ ਹੀ ਨਹੀਂ ਹੋਣਾ ਚਾਹੀਦਾ। ਆਮ ਲੋਕਾਂ ਲਈ ਵੀ ਸਿੱਖਣ ਲਈ ਚਾਹੀਏ, ਅਸੀਂ ਇਸ ਚੀਜ਼ ਨਾ ਕਰੀਏ। ਓਂਕਾਰ ਸਿੰਘ ਜੀ, ਮੈਂ ਜੋ ਗੱਲ ਕਰ ਰਿਹਾ ਸੀ, ਤੁਸੀਂ ਧਰਮ ਤੋਂ ਉੱਪਰ ਉੱਠ ਕੇ ਹਮੇਸ਼ਾ ਜੋ ਸਮਾਜਿਕ ਕੰਮ ਹੁਣ ਤੱਕ ਕਰਦੇ ਰਹੇ ਹੋ, ਮੈਂ ਵੀ ਜਾਣਦਾ, ਪਰਸਨਲ ਤੌਰ ਤੇ ਤੁਹਾਨੂੰ ਜਾਣਦਾ। ਅੱਜ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਆਮ ਲੋਕਾਂ ਨੂੰ, ਕੀ ਕਹਿਣਾ ਚਾਹੁੰਦੇ ਇਸ ਚੀਜ਼ ਤੋਂ? ਉਹ ਸਬਕ ਲੈਣ ਘੱਟੋ ਘੱਟ। ਦੇਖੋ ਆਉਣ ਵਾਲੇ ਸਮੇਂ 'ਚ ਇਹਦੇ ਵਿੱਚ ਇਹ ਆ ਵੀ ਹਮੇਸ਼ਾ ਇਨਸਾਨ ਨੂੰ ਧਰਮ ਤੋਂ, ਰਾਜਨੀਤੀ ਤੋਂ ਉੱਤੇ ਉੱਠ ਕੇ ਕੰਮ ਕਰਨਾ ਚਾਹੀਦਾ, ਸਰਵ ਧਰਮ ਸਤਿਕਾਰੀ ਹੋਣਾ ਚਾਹੀਦਾ, ਤੇ ਉਸੇ ਨੀਤੀ ਤੇ ਮੈਂ ਚੱਲਦਾ ਆਇਆ। ਮੈਂ ਕੋਈ ਅੱਜ ਤੱਕ, ਤੁਸੀਂ ਵੀ ਮੈਨੂੰ ਜਾਣਦੇ ਹੋ ਪਰਸਨਲ ਤੌਰ ਤੇ, 7 ਸਾਲ ਮੈਂ ਦੁਸ਼ਹਿਰਾ ਕਮੇਟੀ ਦਾ ਪ੍ਰੈਜ਼ੀਡੈਂਟ ਰਿਹਾ ਹੈਗਾ, ਤੇ ਕੋਈ ਇਹੋ ਜਿਹੀ ਨਹੀਂ ਸੀ ਸਾਡੇ ਦਿਮਾਗ ਦੇ ਵਿੱਚ ਵੀ ਇਹ ਦੂਜਾ ਧਰਮ ਆ। ਸਿਰਫ ਸੇਵਾ ਦੀ ਭਾਵਨਾ ਨਾਲ ਅਸੀਂ ਕੰਮ ਕੀਤਾ ਹੈਗਾ, ਕੋਈ ਇਹ ਨਹੀਂ ਗੱਲ। ਹਾਂ ਠੀਕ ਹੈ, ਕਈ ਮੁੱਦੇ ਇਹੋ ਜਿਹੇ ਹੋ ਜਾਂਦੇ ਆ ਜਿਨ੍ਹਾਂ ਦੇ ਕਿਸੇ ਨੂੰ ਕੋਈ ਚੰਗਾ ਲੱਗਦਾ, ਕੋਈ ਨਹੀਂ ਲੱਗਦਾ, ਅਲੱਗ ਗੱਲ ਹੋ ਜਾਂਦੀ ਆ, ਮਗਰ ਇਹ ਬੰਦੇ ਨੂੰ ਜਿਹੜਾ ਰਲ ਮਿਲ ਕੇ ਕੰਮ ਕਰਨਾ ਚਾਹੀਦਾ।
ਬਿਲਕੁਲ ਹਰਪ੍ਰੀਤ ਜੀ, ਇਨਸਾਫ ਦੀ ਮੰਗ ਤੁਸੀਂ ਇੱਕ ਵਾਰ ਤੁਹਾਡੇ ਤੋਂ ਮੈਂ ਚਾਹੂੰਗਾ, ਤੁਸੀਂ ਕੀ ਕਹਿਣਾ ਚਾਹੁੰਦੇ ਕਿ ਜਿਹੜਾ ਇਨਸਾਫ ਮਿਲੇ ਕਿਸ ਤਰ੍ਹਾਂ ਨਾਲ ਤੁਸੀਂ ਚਾਹੁੰਦੇ ਹੋ? ਮੇਰਾ ਇਹ ਕਹਿਣਾ ਹੈ ਗਵਰਨਮੈਂਟ ਨੂੰ, ਬਿਕੋਜ਼ ਇਹ ਕੇਸ ਇੱਕ ਬਹੁਤ ਹੁਣ ਹਾਈ ਪ੍ਰੋਫਾਈਲ ਕੇਸ ਬਣ ਚੁੱਕਿਆ, ਬਿਕੋਜ਼ ਇਹ ਬਹੁਤ ਹਾਈ ਪ੍ਰੋਫਾਈਲ ਲੋਕ ਉਧਰਲੇ ਪਾਸੇ ਸ਼ਾਮਿਲ ਹੈ। ਇਸ ਕੇਸ ਨੂੰ ਫਾਸਟ ਟਰੈਕ ਤੇ ਲਿੱਤਾ ਜਾਵੇ, ਪਲੱਸ CBI ਦੀ ਇਨਕੁਆਇਰੀ ਨਾਲ ਬਿਠਾਈ ਜਾਵੇ, ਪਲੱਸ ਪੈਨਲ ਆਫ ਜੱਜਿਸ, ਸੋ ਦੈਟ ਉਹ ਪ੍ਰੋਪਰ ਡਿਸਾਈਡ ਕਰ ਪਾਣ। ਇੱਕ ਜਿਹੜੀ ਹੁਣ ਆਪਣਾ ਗੱਲ ਇੱਥੇ ਹੋਈ ਸੀ ਵੀ ਟੈਕਨੀਕਲ ਐਕਸਪਰਟਸ ਨਾਲ ਇਨਵੋਲਵ ਕਰਕੇ ਇਹਦਾ ਕਨਕਲੂਜਨ ਵੀ ਦਿੱਤਾ ਜਾਵੇ। ਚਲੋ ਅਸੀਂ ਉਮੀਦ ਕਰਦੇ ਹਾਂ ਜੋ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ, ਬਹੁਤ ਲੋਕ ਜੁੜਨਗੇ, ਧਰਮ ਤੋਂ ਉੱਪਰ ਉੱਠ ਕੇ ਵਿੱਚ ਜੁੜਨਗੇ, ਪਰਿਵਾਰ ਦੀ ਮਦਦ ਲਈ ਅੱਗੇ ਆਉਣਗੇ। ਸਿਰਫ ਮੋਰਲ ਸਪੋਰਟ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਤੁਸੀਂ ਨਾਲ ਆ ਕੇ ਖੜਦੇ ਹੋ ਤਾਂ ਵੀ ਇੱਕ ਬਹੁਤ ਵੱਡਾ ਹੌਸਲਾ ਮਿਲਦਾ ਇੱਕ ਪਰਿਵਾਰ ਨੂੰ, ਕਿਉਂਕਿ ਉਹਨਾਂ ਦਾ ਆਪਣਾ ਜਿਹੜਾ ਹੈ ਇੱਕ ਬਹੁਤ ਵੱਡਾ ਲਾਸ ਹੋ ਚੁੱਕਿਆ ਹੈ। ਅਜਿਹੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਮੋਰਲ ਸਪੋਰਟ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ। ਉਮੀਦ ਅਸੀਂ ਕਰਦੇ ਹਾਂ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਹੀ ਮਹਿਮਾਨਾਂ ਦਾ, ਓਂਕਾਰ ਸਿੰਘ ਜੀ, ਹਰਪ੍ਰੀਤ ਜੀ, ਮਨਜੀਤ ਸਿੰਘ GK ਜੀ, ਅਨੁਰਾਗ ਕੁਲਸ਼੍ਰੇਸ਼ਟ ਜੀ, ਅਵਤਾਰ ਸਿੰਘ ਕਾਲਕਾ ਜੀ, ਇਸ ਚਰਚਾ ਵਿੱਚ ਜੁੜਨ ਦੇ ਲਈ, ਤੇ ਇਸ ਉਮੀਦ ਦੇ ਨਾਲ ਕਿ ਗੁਰਪ੍ਰੀਤ ਨੂੰ ਇਨਸਾਫ ਮਿਲੇਗਾ ਕਿ ਅਤੇ ਅੱਗਿਓਂ ਅਜਿਹਾ ਕੋਈ ਵੀ ਸਾਨੂੰ ਹਾਦਸਾ ਜਾਂ ਵਾਰਦਾਤ ਦੇਖਣ ਨੂੰ ਨਹੀਂ ਮਿਲੇਗੀ ਜਿੱਥੇ ਇਸ ਤਰ੍ਹਾਂ ਨਾਲ ਇੱਕ ਜਵਾਨ ਪੁੱਤਰ ਦਾ ਨੁਕਸਾਨ ਹੋਏਗਾ। ਬਹੁਤ ਬਹੁਤ ਧੰਨਵਾਦ।